वाहिगुरु जी का खालसा वाहिगुरु जी की फतेह। गुरु प्यारी साध संगत जीओ, संत महाराज सेसर सेवड़ा साहब जी दा कद्दों पिंड दा 1993 ਦਾ ਦੀਵਾਨ ਸਰਵਣ ਕਰੋ ਜੀ। कीर लागी प्रीत सजान स्या
टूटी क्यों बने कबीर टूटी तन पर भाव की वाजे नहीं विजोग बिछड़िया मिले प्रभु कर कृपा संजोग कबीर जोगम जंत विजाबते टूट गई सब तार जंत विचार क्या करे जब चले बुझावन हार देही ने था मारिया देही ने था मारिया मेरे जानी चल गए जानी चल गए जानी चल गए मेरे जानी चल गए जानी चल गए मेरे जानी चल गए जानी चल गए देही ने कहा मारिया देही ने कहा मारिया देही ने कहा मारिया देही ने कहा मारिया देवी ने कहा मारिया देवी ने कहा मारिया जानी चल गए मेरे जानी चल गए चलन रतन और सुनी और बह गए हेड़े मुतीता से जानी चल गए मेरे जानी चल गए जानी चल गए जानी चल गए चल गईया अंकियां चल चल एक सजन चले एक चल गए चले चलन का विचारे ने मनो डंडेंदियां छे मत तोड़ंदियां हिक खनो कतक कुंजा चेत दो
ਚੇਤ ਦਾ ਸਾਵਨ ਬਿਜਲੀਆਂ ਸਾਵਨ ਕੁਰਨ ਕਟਾਇਤ ਕਾਲੀਆਂ ਗੰਡੇਂਦਿਆਂ ਛੇਵਾ ਤੁੜੰਦਿਆਂ ਹਿੱਕ ਖਿਨੋ ਜਿਮੀ ਪੁੱਛੇ ਅਸਮਾਨ ਫਰੀਦਾ ਖੇਡ ਕਿਨ ਗਏ ਮੇਰੇ ਜਾਨੀ ਚੱਲ ਗਏ ਮੇਰੇ ਜਾਨੀ ਚੱਲ ਗਏ जानी अड़ा मेरा जानी अड़ा हर प्रभु मेरा जानी अड़ा जिमी पूछे आसमान फरीदा खेद किन गए चालन गोरा नाल गुलामे जी सगे मेरे जानी चल गए जानी चल गए देवी ने कहा मारिया देवी ने कहा मारिया देवी ने कहा मरण न मूर्त पुछिया पुछी चित नगार एक नील ध्यान एक बद गए एक न बदेकार एक न हुई साकती एक न हुई सार लश्कर सने दमामिया छुट्टे बंद द्वार छुट्टे बंद द्वार नानक तेरी शार की भी फिर कोई शार देही देही तारा मारिया देही तारा मारिया जानी चल गए जानी चल गए मेरे जानी जानी चल गए मेरे जानी चल गए देही ने तहा मारिया देही ने तहा मारिया तन जोवन यार फुलगड़ा नठियड़े दिन चार कबण केरे भक्त जान टड़ जुमन हार जंग मान ले प्यारिया जाजो बन नौगला दिन थोड़े थके त्या प्राण चुना सजन मेरे रंग ले जाए सुते जीरा हम भी बजा दूंगी रोमा चीनी बाण मेरे जानी चल गए देवी ने कहा मारिया मेरी जानी चल गए
से जानी चल गए। सर्व साध संगत जीओ, अज बैरागमई समा, भावें ब्रह्म ਗਿਆਨੀ सतपुरुष ਜਿਹੜੇ ਹੁੰਦੇ ਹਨ ਉਹ ਹਰ ਸੋਚ ਤੋਂ ਉੱਚੇ, ਰਾਗ ਔਰ ਦੁਆਇਸ਼ ਤੋਂ, ਖੁਸ਼ੀਆਂ ਤੇ ਗਮੀਆਂ, ਬਾਹਲਾ ਪਿਆਰ ਔਰ ਵੈਰ, ਜਨਮ ਔਰ ਮਰਨ ਤੋਂ ਵੀ। ਪਰ ਇੱਕ ਗੱਲ ਬਾਬਾ ਫਰੀਦ ਜੀ ਦੇ ਸ਼ਲੋਕ ਨਾਲ ਸੰਬੰਧਿਤ ਹੁੰਦੇ ਹੋਏ ਔਰ ਸ੍ਰੀ ਰਾਗ ਦੇ ਸ਼ਬਦ ਨਾਲ ਤਨ ਜੋਬਨ ਔਰ ਫੁੱਲਣਾ, ਬਾਬਾ ਨਾਨਕ ਸਾਹਿਬ ਜੀ ਦੇ ਰਬਾਬੀ ਸਾਥੀ ਦੀ ਗੱਲ ਜਦੋਂ ਆਪ ਜਿੱਥੇ ਇੱਕ ਸਦਾ ਪਿਆਰ ਜਿਸ ਨਾਲ ਬਣਿਆ ਹੋਇਆ ਸੀ, ਉਸ ਪਿਆਰੇ ਦਾ ਤੁਰ ਜਾਣਾ, ਜਿੱਥੇ ਅਸੀਂ ਅੱਜ ਉਸ ਧਰਤੀ ਤੋਂ ਭਾਵੇਂ ਪਾਕਿਸਤਾਨ ਦੀ ਹੱਦ ਵਿੱਚ ਹੈ, ਉਹ ਬਲੋਚਿਸਤਾਨ ਅਫਗਾਨਿਸਤਾਨ ਦੇ ਨਾਲ, ਜਿੱਥੇ ਬਾਬੇ ਮਰਦਾਨੇ ਦਾ, ਭਾਈ ਮਰਦਾਨੇ ਦਾ ਇਹ ਦੁਨੀਆ ਤੋਂ ਅਲੋਪ ਔਰ ਕਹਿ ਦਿੱਤਾ ਸੀ, ਬਾਬਾ ਜੀ ਮੈਂ ਅੱਜ ਤੱਕ ਤੁਹਾਡਾ ਸਾਥ ਨਿਭਾਇਆ ਹੈ, ਮੇਰਾ ਦਿਲ ਕਰਦਾ ਅੱਜ ਤੁਰਨ ਨੂੰ ਨਹੀਂ ਤੁਹਾਡੇ ਨਾਲ ਤੁਰਾਂ, ਇੱਥੇ ਹੀ ਟਿਕੀਏ। ਮਰਦਾਨਿਆਂ ਕੀ ਗੱਲ ਹੈ, ਅੱਜ ਤੱਕ ਨਹੀਂ ਆਖਿਆ ਕਦੇ। ਕਹਿਣ ਲੱਗਿਆ ਮਹਾਰਾਜ ਅੱਜ ਮੈਨੂੰ ਚੱਕਰ ਜਿਹੇ ਆਉਂਦੇ ਨੇ ਕੁਛ, ਕਿਉਂ ਫਿਰ ਵੀ ਗੁਰੂ ਬਾਬਾ ਜੀ ਦਾ ਰਬਾਬੀ ਸਾਥੀ ਸੀ, ਔਰ ਜੇ ਮੇਰੇ ਖਾਤਰ ਤੁਸੀਂ ਇੱਕ ਦੋ ਦਿਨ ਇੱਥੇ ਠਹਿਰ ਜਾਓ, ਮੈਨੂੰ ਐਂ ਲੱਗਦਾ ਹੈ ਮੇਰੇ ਸਵਾਸਾਂ ਦੀ ਜਿਹੜੀ ਗੰਢ ਹੈ ਉਂਝ ਉਹ ਖੁੱਲ੍ਹਦੀ, ਔਰ ਇੱਥੇ ਹੋ ਸਕਦਾ ਮੈਂ ਆਪਣੇ ਪ੍ਰਾਣ ਤਿਆਗ ਜਾਵਾਂ। ਖੁਰਨੇ ਕਰਕੇ, ਖੁਰਮੇ ਵੀ ਕਿਹਾ ਹੈ ਕਿ ਅਫਗਾਨਿਸਤਾਨ, ਬਲੋਚਿਸਤਾਨ ਅੱਜ ਪਾਕਿਸਤਾਨ ਵਿੱਚ ਆ ਗਏ, ਉੱਥੇ ਚਲੇ ਗਏ। ਬਾਬਾ ਜੀ ਨੇ ਤਾਂ ਚਾਰੇ ਚੱਕ ਤਾਰੇ, ਨੌਖੰਡ ਪਿਰਥਵੀ ਤਾਰੀ, ਪਰ ਸਾਥੀ ਰਬਾਬੀ ਦਾ ਇੱਕ ਕੋਈ ਵਿਛੋੜਾ ਜਿਹੜਾ ਹੁੰਦਾ, ਕੋਈ ਮਿੱਤਰ ਤੋਂ ਮਿੱਤਰ ਵਿਛੜਦਾ, ਕਿੰਨਾ ਦੁੱਖ ਹੁੰਦਾ। ਵਿਛੋੜਾ ਸੁਣੇ ਦੁੱਖ, ਕੋਈ ਹਿੱਸਾ ਉਂਗਲੀ ਵੀ ਕੋਈ ਕੱਟੀ ਜਾਂਦੀ ਹੈ ਤਾਂ ਕਿੰਨਾ ਖੂਨ ਵਗਦਾ, ਉਹਦੇ 'ਤੇ ਕਿੰਨਾ ਦੁੱਖ ਪ੍ਰਗਟ ਹੁੰਦਾ। ਇੱਕ ਅੰਗ ਬਣਾਇਆ ਹੋਵੇ ਔਰ ਭਾਈ ਬਣਾਇਆ ਹੋਵੇ, ਜਾਤੀ ਕਰਕੇ ਮਰਾਸ਼ੀ ਹੈ, ਭਾਈ ਮਰਦਾਨਾ, ਉਧਰ ਇੱਕ ਸੰਧੂ ਗੋਤ ਕਿਰਸਾਨ ਭਰਾ ਹੈ, ਭਾਈ ਬਾਲਾ ਹੈ, ਭਾਈ ਬਾਲਿਆ ਪਰ ਮਰਦਾਨੇ ਦਾ ਕਹਿਣਾ ਮੰਨ ਲਓ। ਠਹਿਰ ਗਏ, ਇਹਦੇ ਉਸ ਸਮਾਂ ਇੱਕ ਰਾਤ ਲੰਘੀ, ਦੂਏ ਦਿਨ ਬਸ ਕਹਿੰਦਾ ਮਹਾਰਾਜ ਚੱਕਰ ਜੇ ਆਉਂਦੇ ਨੇ। ਮਹਾਰਾਜ ਕਹਿੰਦੇ ਮਰਦਾਨਿਆਂ ਜਿਸ ਕਰਤਾਰ ਦੀ ਸਿਫਤ ਕਰਦੇ ਸੀ ਉਸੇ ਕਰਤਾਰ ਨਾਲ ਮਿਲ। ਕਹਿਣ ਲੱਗੇ ਮਹਾਰਾਜ ਮੈਂ ਉਹ ਕਰਤਾਰ ਰੱਬ ਨਹੀਂ ਦੇਖਿਆ, ਮੈਂ ਤਾਂ ਤੁਹਾਨੂੰ ਹੀ ਦੇਖਦਾ ਰਿਹਾ ਹਾਂ, ਤੁਸੀਂ ਇਹ ਮੇਰੇ ਰੱਬ ਹੋ, ਤੁਸੀਂ ਇਹ ਮੇਰੇ ਕਰਤਾਰ ਹੋ, ਤੁਸੀਂ ਇਹ ਖੁਦਾ ਦਾ ਘਰ ਮੈਨੂੰ ਦਿਖਾਇਆ ਮੱਕਾ, ਵੀ ਖੁਦਾ ਹੋਊਗਾ। ਮੈਂ ਉੱਥੇ ਮੱਕੇ ਆਦਮ ਦੀ ਨਹੀਂ ਰੱਖੀ ਹੋਈ ਸੀ ਸਾਡੇ ਬਜ਼ੁਰਗ ਦੀ, ਗਿਆ ਪਰ ਮੈਨੂੰ ਰੱਬ ਨਹੀਂ ਦਿਖਿਆ ਉੱਥੇ, ਰੱਬ ਤਾਂ ਤੁਸੀਂ ਵੀ ਮੈਨੂੰ ਨਜ਼ਰ ਆਏ ਸੀ, ਮੇਰੇ ਰੱਬ ਤੁਸੀਂ ਹੋ। ਮਰਦਾਨੇ ਆਪਣੀ ਟੇਕ ਰੱਖ। ਤੋ ਮਰਦਾਨਾ ਜਿਸ ਵਕਤ ਤੁਰ ਗਿਆ, ਇਹ ਬਾਬਾ ਜੀ ਨੇ ਇਹ ਸ਼ਬਦ ਉਸ ਸਮੇਂ ਉੱਥੇ ਹੀ ਉਚਾਰਿਆ ਸੀ। ਸਭ ਕੁਛ ਆਪਣੇ ਹੱਥੀਂ ਕਿਰਿਆ ਕਰਮ ਆਪਾਂ ਸਨਾਤਨ ਧਰਮ ਵਿੱਚ, ਸਿੱਖ ਧਰਮ ਵਿੱਚ ਵੀ ਕਰਦੇ ਹਾਂ। ਬਾਬਾ ਜੀ ਨੇ ਉਸ ਨੂੰ ਉਸਦੇ ਧਰਮ ਤੋਂ ਖਿਲਾਫ ਨਹੀਂ ਗੱਲ ਕੀਤੀ। ਕਬਰ ਬਣਾਈ, ਗੌਰ ਬਣਾਈ, ਖਫਨ ਲਿਆਂਦਾ, ਪੂਰੀ ਰਸਮ ਨਾਲ, ਬੜੇ ਪਿਆਰ ਨਾਲ। ਫਿਰ ਇਹ ਸ਼ਬਦ ਬੈਰਾਗ ਵਿੱਚ ਪੜ੍ਹਿਆ ਸੀ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ ਜੀਰਾਨ ਨਿਸ਼ਾਨ ਸ਼ਮਸ਼ਾਨ ਭੂਮੀ। ਬੈਰਾਗ ਤੋਂ ਇੱਕ ਵਿਛੜ ਜਾਣਾ ਹੈ ਦੁਨੀਆ ਤੋਂ, ਦੁਨੀਆ ਦੇ ਬੰਦੇ ਅਸੀਂ ਹਾਂ, ਸਦਾ ਕਿਸੇ ਨੇ ਨਹੀਂ ਰਹਿਣਾ। ਰਾਣਾ ਰੋ ਨਾ ਕੋਰ ਹੈ। ਮੈਂ ਬੈਰਾਗ ਵਿੱਚ ਇਹ ਸ਼ਬਦ ਦੀ ਟੇਕ ਨੂੰ ਕੁਛ 15-20 ਮਿੰਟ, 5-4 ਮਿੰਟ ਲੱਗੇ। ਇੱਕ ਵਸਤੂ ਜਿਹੜੀ ਵੱਜਦੀ ਸੀ, ਹੁਣ ਕਿਹਨੂੰ ਕਿਹਨੂੰ ਆਖੇ ਕੀ ਵੱਜਦਾ ਸੀ, ਉਹ ਸਮਝਣ ਵਾਲੇ ਸੰਗੀਤਕਾਰ ਸਮਝ ਗਏ, ਜਿਨ੍ਹਾਂ ਨੇ ਕਿਸੇ ਉਸਤਾਦਾਂ ਤੋਂ ਮਾਰਾਂ ਖਾਧੀਆਂ ਹੋਣ। ਨਕਲ ਵਿੱਚ ਕੀ ਹੁੰਦਾ ਉਹ ਅਸਲ ਨੂੰ, ਅਸਲ ਹੋਰ ਵਸਤੂ ਹੁੰਦੀ ਹੈ, ਨਕਲ ਹੋਰ ਹੁੰਦੀ ਹੈ। ਨਾਲ ਦੀ ਨਾਲ ਟੇਕ ਕੁਦਰਤੀ ਚਲੀ, ਸੁਰਾਂ ਪਹਾੜੀ ਦੀਆਂ ਸਨ ਪਰ ਕਵਾਲੀ ਸੀ। ਇਹ ਨਹੀਂ ਕਿ ਕਿਸੇ ਨਾਲ ਕੁਦਰਤੀ, ਮੈਂ ਕੋਈ ਕਿਤੇ ਤੁਸੀਂ ਵੀ ਦੇਖਦੇ ਹੀ ਰਹਿੰਦੇ ਹੋ, ਕੋਈ ਮੈਂ ਆਪਣੀ ਮਿਹਨਤ ਨਹੀਂ ਕਰਕੇ ਆਉਂਦਾ ਹੁੰਦਾ, ਕੋਈ ਮੈਂ ਤਿਆਰੀ ਨਹੀਂ ਕਰਦਾ ਹੁੰਦਾ ਵੀ ਆਹੀ ਸ਼ਬਦ ਪੜੂੰ, ਆਹੀ ਰੱਖੂੰ ਟੇਕ, ਨਹੀਂ। ਜਿਵੇਂ ਵੀ ਉਹ ਮਹਾਂਪੁਰਸ਼ਾਂ ਦੀ ਬਰਕਤ ਬਖਸ਼ਿਸ਼ ਜੋ ਬਖਸ਼ੀ ਹੈ,
ज्यों बुलावे त्यों बोला स्वामी, जह भेजे तह जावा, सब नगरी में एको राजा, सभी पवित्र हैं थावा। इको ही परमात्मा राजा, सारे दुनिया राज आन राज। जिथे भी चले जाइए नाम जपो, उत्थे ही पवित्रता ही है। साधु फकरां वास्ते तो वो मड़ियां विच बह जाण तां भी सानू वही आनंद है। गुलजारां लगियां होण, भौरे पै गूंजां पाउंदे होण बागां विच तां भी आनंद है। फकीर एक छपरी कखां कानियां दी हुंदी है, जिथे बैठ जाए उन्होंने आख्या तन सुहागी छापरी जामै गुण गाए। दूसरे पासे क्या कित ही काम ना धौल हर, तेरे धौलर सारे की करनगे सत सत मंजलियां जित हर विसराए। जिथे रब याद नहीं ये किसी काम नहीं आते। पर रब की बंदगी वालियां दा प्यार बाबा नानक साहब जिस तरह मरदाने का बंडाया, 24 साल के अंदर असी भी श्रीमंत मलदास जी का आए साल बरसी बैराग के आनंद विच खबर सुनी सी सिरसर मामा ते भाणजा के दरगाह विच चले गए। उस दिन की हकीकत बनी हुई तो आए साल याद करते रहते हैं। उन्होंने मन दियाँ अपने मोटरसाइकिल ते सवार अपने नगर तो तुरन लगे। जो वरत्या पाना उन्होंने आख्या सी, मैं उस वेले मैंबर बनते सी कॉलेज के, मैंबरां की गिणती साड़ी भर्ती हो रही सी सिरसर साहब विखे। ऐ आख्या आ जिहड़ी माया अलैद है ये नमस्कार दी है, आप मेरे 500 जेब च पा के कि मैं ਇਹਦਾ मैंबर बनूंगा अज सिरसर कॉलेज का जाके। बस पा के तुरन लगी किक मारी है, उदों ही परमेश्वर ने अपने देश ले जाना कीता सच सी। ऐ मना गल्लां मन दियां मन विच रह गईयां, वो काल ने गलेला मारिया, वो किसी दी गल सुनदा है। उदों ही मैं गल्लां मन दियां मन विच रह गईयां, गल्लां मन दियां मन विच रह गईयां। गल्लां मन दियां मन विच रह गईयां, ओ गल्लां मन दियां मन विच रह गईयां। गल्लां मन दियां मन विच रह गईयां, गल्लां मन दियां मन विच रह गईयां। गल्लां मन दियां मन विच रह गईयां, गल्लां मन दियां मन विच रह गईयां। मन दियां मन विच रह गईयां, काल ने गलेला मारिया, गल्लां मन दियां मन विच रह गईयां, काल ने गलेला मारिया, गल्लां मन
मन की मन ही बाहे रही, ना घर बजे न तीरथ से चोटी काल गही। मन की मन ही माहे रही, काल कहे काल अहेरी फिरे बदक जी, कहो कवन विध कीजे। अहेरी कौन हुंदा है? मिर्गा नूं मारन वाला बदक सी, जिस तरह तीर चुक्या होया सी, भगवान दे चरनां विच तीर मारन वाला काल दा रूप। कहो कवन विध, किहड़ी विधि करिए भी काल टल जावे। उत्थे कह राम गयो रावण गयो। रावण वर्गिਆਂ ਦੀ हकीकत रामायण विच पढ़दे सुणदे कि काल नूं पावे नाल बन लिया सी, पर खत्म तां नहीं कीता कि समा आ गया। आखिर ते राम जी दे हथों दाना आखिरले वेले रामायण दे विच आउंदा है। सिख बनिया जिस तरह रावण, सिख पहला किहड़ा नहीं सी एडा विद्वान हुंदा पिया। नीति दे विचार पहले लक्ष्मण जी सुन गए, सिर वल खड़े, कोई गल पल्ले ना पई। आखिरत सी रावण दी, किसते नहीं आउणा है काल ने, कोई दसे भाई। पीर पैगंबर औलिए को चरना रहा सी, राणा राव ना को रह, रंग न तुंग फकीर, वारी आपो अपनी कोई ना बंदा है ती। इत्थे कोई रहन वाला नहीं, इत्थे अवस्था नाल नहीं कोई काल दा टाल हो जाना नहीं। समा राम जी दा चरना विच रावण दे खड़ना, भावें दुश्मन सी। नीति दी गल कोई दस जाओ, अपने बजुर्गां नूं आखिर वेले पुत्र पुछदा है, अपने बजुर्गों तो कोई गल, अपने गुरु तो चेला पुछदा है। कोई ऐसी हकीकत साडे अंदर ऐ बरतदियां ऐ बजुर्गो, सारी जिंदगी भावें नाल लंघ गई, कोई अच्छी सिक्ख्या आखिर दे वेले मैनू दे दिओ, मैं लड़ बन लवां। राम कोई न्याणा नहीं सी, गुरु वशिष्ठ मिले होण, चरना विच खड़े, आप लंकापति हो। बेशक युद्ध होया है, मेरे हथों वध होने वाला आखिरत का टाइम तुहाडे जुमे आ गया, हुण समझो जाना है तुसी। अच्छी जी गल कोई दस दो। फिर भी विद्वान, चार वेदां दे बख्ते ज्ञानी पुरुष, एक एक अखर अर्थबोध करके सुनाउण वाले और राज करने वाले। तुहाडा परिवार बहुत बड़ा है, 1 लाख पूत, 1.25 लाख नाती, नाती नाम पोतरियां दा है। शाम पै जानी तह रावण कर दिया ना बाती, शाम नूं कोई दीवा जगाउण वाला नहीं सी। एडे लंकापति दा ओही लंका भाई किसी दे मूरे टाल नहीं, पर रावण तुरदा है आखिरत वेले। लंका भी उड़ गई बरोड़ा बन के, पुत्रां दी सेना वाले दी 1 नहीं 2 नहीं, उत्थे लंका उड़ गई बरोड़ा बन के बई पुत्रां दी, लंका उड़ गई बरोड़ा बन के जी पुत्रां दी। उड़ गई बरोड़ा लंका उड़ गई बरोड़ा बन के जी, लंका उड़ गई बरोड़ा बन के। लंका गण सोने का पया, मूर्ख रावण क्या ले गया। 1 लाख पूत रावण तुरया जांदा है। राम जी नूं एक बचन प्यार नाल कह, देख काल कदे टाल नहीं करदा, मैं पावी नाल बन लिया सी। हे राम, तैने जे राम राज करना है। इन्ना भी शुक्र है कि मैं एक अवतार दे हथों मेरी आखिरत आई है। राय किसी शक्ति वाले तो मैं इत्थे भी बोला, एक कहंदे खान दा वध होया। 6वें पातशाह दा भलवान सी, जोधा सी, सूरमा सी।
ਗੁਰੂ ਮਹਾਰਾਜ ਤੋਂ ਵਸਤੂ ਪਿੱਛੇ, 1.25 ਲੱਖ ਘੋੜੇ ਪਿੱਛੇ, 1.25 ਲੱਖ ਦੇ ਪੋਸ਼ਾਕੇ ਪਿੱਛੇ ਬੇਮੁਖ ਹੋ ਗਿਆ। ਦੁਸ਼ਮਣਾਂ ਨਾਲ ਰਲ ਗਿਆ ਦੂਸਰੇ ਪਾਸੇ। ਐਡਾ ਵੱਡਾ ਜਿਹਨੂੰ ਸ਼ਾਹੀ ਜਰਨਲਾਂ ਵਿੱਚ ਜਰਨਲ ਇੱਕ ਫੁੱਲ ਜਰਨਲ ਹੁੰਦਾ ਹੈ ਆਰਮੀ 'ਚ। ਪੈਂਦੇ ਖਾਨ, ਬਾਬਾ ਗੁਰਦਿੱਤਾ ਜੀ, ਭਾਈ ਵਿਧਿਆ ਜੀ, ਇਸ ਤਰ੍ਹਾਂ ਉਹਨਾਂ ਪਿਆਰਿਆਂ ਵਿੱਚ। ਪਰ ਉਸ ਨੂੰ ਵੀ ਇਸ ਵਸਤੂ ਨੇ ਮੋਹ ਲਿਆ। ਬਸ ਜੀਵ 'ਚ ਦੋਸ਼ ਹੈ ਜਾਂ ਵਸਤੂ 'ਚ ਦੋਸ਼ ਹੈ? ਵੇਦਾਂਤ ਦੇ ਸਵਾਲ ਆਇਆ ਕਰਦੇ ਨੇ। ਜੀਵ ਤੋਂ ਬ੍ਰਹਮ ਰੂਪ ਹੈ। ਇਹਨੂੰ ਲੋਭੀ ਬੇਈਮਾਨ ਈਮਾਨ ਤੋਂ ਵੇ ਲੱਗ ਜਾਣੀ, ਬੇਈਮਾਨ ਕਰਨ ਵਾਲੀ ਵਸਤੂ ਹੈ। 1.25 ਲੱਖ ਦਾ ਘੋੜਾ ਵੀ ਆਪਣੇ ਜਮਾਈ ਨੂੰ ਦਵਾਂਦ ਨੂੰ ਦੇ ਦਿੱਤਾ। 1.25 ਲੱਖ ਦਾ ਪੋਸ਼ਾਕਾ ਵੀ ਉਹ ਲੈ ਗਿਆ, ਜਿਹੜਾ ਮਹਾਰਾਜ ਦਾ ਬਚਨ ਸੀ, ਰੋਜ਼ ਇਹ ਪੋਸ਼ਾਕਾ ਪਹਿਨ ਕੇ ਸਾਡੇ ਦਰਬਾਰ ਵਿੱਚ ਆਇਆ ਕਰਨੇ। ਆਖਿਰ ਨਾ ਪੇਸ਼ ਹੋਇਆ, ਬੇਮੁਖ ਹੋ ਗਿਆ, ਦੁਸ਼ਮਣਾਂ ਨਾਲ ਰਲ ਗਿਆ। ਯੁੱਧ ਹੋਇਆ ਕਰਤਾਰਪੁਰ ਦਾ। ਮਹਾਰਾਜ ਦੇ ਨਾਲ ਯੁੱਧ। ਐਡਾ ਬਲੀ ਸੀ, ਬਲਵਾਨ ਵੀ ਇੰਨਾ ਕਿ ਹੋਰ ਤਾਂ ਹੋਰ ਡਿੰਗਾ ਮਾਰਦਾ ਸੀ। ਮੈਥੋਂ ਬਿਨਾਂ ਹਰਗੋਬਿੰਦ ਸਾਹਿਬ ਨੂੰ ਕੋਈ ਪਕੜ ਨਹੀਂ ਸਕਦਾ। ਮੇਰੇ 'ਚ ਬਲ ਇਤਨਾ ਹੈ, ਮੈਂ ਆਪ ਪਹਿਲਵਾਨਾਂ ਦੇ ਜ਼ੋਰ ਬਰਾਬਰ ਦੇ ਪਹਿਲਵਾਨ ਕਰਾਇਆ ਕਰਦੇ ਨੇ ਮਿਹਨਤਾਂ, ਕਿ ਮੈਂ ਮਿਹਨਤ ਆਪ ਕਰਾਉਣਾ। ਮੈਨੂੰ ਪਤਾ ਹੈ ਹਰਗੋਬਿੰਦ ਸਾਹਿਬ ਜੀ ਦੇ ਬਲ ਦਾ ਮੈਂ ਪਕੜ ਲੂੰਗਾ, ਮੈਂ ਮਾਰ ਦੇਵਾਂਗਾ। ਇੱਥੇ ਤੱਕ ਬੋਲ ਗਿਆ ਸ਼ਬਦ ਉੱਚਾ। ਬਲ ਵੀ ਬੜਾ ਸੀ। ਦੇਖੋ ਐਡਾ ਘੋੜਾ ਹਰਗੋਬਿੰਦ ਸਾਹਿਬ ਦਾ। ਐ ਛੱਡ ਕੇ ਸ਼ਾਸਤਰ ਸੁੱਟ ਗਏ। ਮਹਾਰਾਜ ਦਾ ਘੋੜਾ, ਸ਼ਾਸਤਰ ਵੀ ਗਏ। ਬਹੁਤ ਯੁੱਧ ਹੋਇਆ। ਐ ਬੁੱਕਲ ਵਿੱਚ ਲੈ ਲਿਆ। ਸੂਰਜ ਪ੍ਰਕਾਸ਼ ਦੀ ਕਥਾ ਦਾ ਮੈਂ ਨਿਚੋੜ ਬੋਲ ਰਿਹਾ, ਕਿਉਂਕਿ ਉਹ ਲੰਮਾ ਹੋ ਜਾਂਦਾ ਇਤਿਹਾਸ। ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ ਵਰਣਨ ਕਰਦੇ, ਕਹਿਣ ਲੱਗੇ ਜਦੋਂ ਪਕੜ ਲਿਆ ਹਰਗੋਬਿੰਦ ਸਾਹਿਬ ਸਵਾਰ ਸੀ, 1 ਇੰਚ ਨਹੀਂ ਘੋੜਾ ਹਿੱਲਣ ਦਿੱਤਾ। ਐਡਾ ਬਲੀ ਸੀ। ਹੁਣ ਐਡੇ ਐਡੇ ਯੋਧੇ ਮਹਾਬਲੀ ਗੁਰੂ ਤੋਂ ਬੇਮੁਖ ਹੋਏ। ਹੁਣ 1 ਇੰਚ। ਮਹਾਰਾਜ ਕਹਿਣ ਲੱਗੇ ਕਿਉਂ, ਹੁਣ ਇੱਥੇ ਹੀ ਤੇਰੀ ਵਸ ਹੈ, ਹੋਰ ਕੋਈ ਤੇਰਾ ਤਾਣ? ਐਡਾ 1 ਇੰਚ। ਮਹਾਰਾਜ ਕਹਿੰਦੇ ਲੈ ਹੁਣ ਆਉਂਦਾ ਹੈ। ਕਹਿੰਦੇ ਮਹਾਰਾਜ ਸ਼ਾਸਤਰ, ਜੇ ਸ਼ਾਸਤਰ, ਮੇਰੇ ਸ਼ਾਸਤਰ ਤਾਂ ਟੁੱਟ ਫੁੱਟ ਗਏ। ਕਹਿੰਦੇ ਅਸੀਂ ਤੇ ਕੋਈ ਤਲਵਾਰ ਨਹੀਂ ਉਠਾਉਂਦੇ, ਤੇਰੇ ਤੇ ਬੰਦੂਕ ਨਹੀਂ ਚਲਾਉਂਦੇ। ਕਹਿੰਦੇ ਨਾ ਮਹਾਰਾਜ ਸ਼ਾਸਤਰ ਨਾ ਚਲਾਇਓ। ਢਾਲਾ ਖੋਲ ਕੇ ਇੱਕ ਮਾਰਿਆ, ਪੁੱਠਾ ਕਰਕੇ ਸੁੱਟ ਦਿੱਤਾ। ਉਸ ਤੋਂ ਬਾਅਦ ਤਲਵਾਰ ਦਾ ਵਾਰ ਹੋਇਆ। ਨੀਚੇ ਉਤਰ ਕੇ ਕਹਿੰਦਾ ਮਹਾਰਾਜ ਹੇਠਾਂ ਉਤਰਿਆ ਬੋ। ਕਹਿੰਦੇ ਲੈ ਉਤਰਿਆ ਨੇ। ਆਪ ਕਹਿਣ ਤੋਂ ਮੇਰਾ ਇੱਕ ਜਦ ਤੱਕ ਕਲਮ ਹੋਇਆ। ਮਹਾਰਾਜ ਕਹਿੰਦੇ ਪੈਂਦੇ ਖਾਨ ਹੁਣ ਤੂੰ ਤੁਰ ਰਿਹਾ, ਬੇਮੁਖਤਾ ਹੋ ਗਿਆ ਸੀ, ਪਰ ਸਾਡੇ ਹੱਥੋਂ ਤੇਰੀ ਮੌਤ ਹੋ ਗਈ। ਫਿਰ ਵੀ ਤੂੰ ਇਸਲਾਮ ਮਤ ਦੇ ਮੁਸਲਮਾਨ ਹੈ। ਹਜ਼ਰਤ ਮੁਹੰਮਦ ਸਾਹਿਬ ਦਾ ਕਲਮਾ ਪੜ੍ਹ ਲੈ, ਕਲਮਾ ਪੜ੍ਹ ਲੈ, ਖੁਦਾ ਦੀ ਦਰਗਾਹ ਨੂੰ ਜਾਵੇਂਗਾ। ਤੋ ਪੈਂਦੇ ਖਾਨ ਕੀ ਕਹਿੰਦਾ ਹੈ? ਫਿਰ ਉਹਨੂੰ ਹੋਸ਼ ਆਈ, ਜਿਸ ਤਰ੍ਹਾਂ ਰਾਵਣ ਨੂੰ ਹੋਸ਼ ਆਈ, ਕੁਝ ਪਿੱਛੇ ਸਿੱਖ ਬਣਿਆ। ਪਹਿਲਾਂ ਭੁੱਲ ਪਈ ਸੀ, ਦੂਜਾ ਪ੍ਰਮਾਣ ਮੈਂ ਦੇ ਰਿਹਾ। ਪੈਂਦੇ ਖਾਨ ਕਹਿਣ ਲੱਗਿਆ ਮਹਾਰਾਜ ਹਜ਼ਰਤ ਮੁਹੰਮਦ ਸਾਹਿਬ ਮੈਂ ਨਹੀਂ ਦੇਖਿਆ, ਉਹਦੀ ਕੁਰਾਨ ਸ਼ਰੀਫ ਔਰ ਕਲਮੇ ਦੁਨੀਆ ਪੜ੍ਹਦੀ ਹੈ। ਮੈਂ ਤਾਂ ਤੁਹਾਡਾ ਹੀ ਸੰਗ ਕੀਤਾ ਸੀ। ਉਹ ਕਲਮੇ ਪੜ੍ਹ ਕੇ ਕੀ ਲੈਣੇ, ਜਿਸ ਦੀ ਐਸੇ ਹਰਗੋਬਿੰਦ ਸਾਹਿਬ ਗੁਰੂ ਦੀ ਤਲਵਾਰ ਮੈਨੂੰ ਕਲਮ ਕਰ ਜਾਵੇ, ਮੈਂ ਕਲਮਿਆਂ ਤੋਂ ਕੀ ਲੈਣਾ। ਮੈਨੂੰ ਤਾਂ ਕਲਮਾ ਪੜਾਇਆ ਗਿਆ। ਬਾਬਾ ਹੁਰਜੂਰ ਕਹਿਣ ਲੱਗੇ ਪੈਂਦੇ ਖਾਨ ਇੱਥੇ ਖੜੇ ਨਹੀਂ ਪੜ੍ਹਨਾ ਕਲਮਾ? ਕਹਿਣ ਲੱਗੇ ਤੁਹਾਡੀ ਤਲਵਾਰ ਨੇ ਮੈਨੂੰ ਕਲਮਾ ਪੜ੍ਹਾ ਦਿੱਤਾ। ਕਹਿੰਦੇ ਜਾ ਫਿਰ ਸਾਡੀ ਪੁਰੀ ਨੂੰ ਇਹ ਜਾਵੇਂਗਾ ਸਿੱਧਾ। ਮੇਰੇ ਕਹਿਣ ਦਾ ਭਾਵ ਰਾਮ ਜੀ ਦੇ ਹੱਥੋਂ ਰਾਮ ਗਇਓ। ਕਦੋਂ? ਰਾਵਣ ਗਇਓ। ਜਦੋਂ ਰਾਵਣ ਦੇ ਅੰਦਰੋਂ ਰਾਮ ਦਾ ਭੈ ਚਲਿਆ ਗਿਆ ਤਾਂ ਰਾਵਣ ਤੁਰ ਗਿਆ। ਰਾਮ ਵੀ ਗਏ। ਚਲੋ ਦੂਸਰਾ ਅਰਥ, ਰਾਮ ਕਥਾ ਜੁਗ ਜੁਗ ਅਟਲ। ਗੁਰੂ ਗੋਬਿੰਦ ਸਿੰਘ ਜੀ ਨੇ ਰਾਮਾਇਣ ਦੇ 24 ਅਵਤਾਰਾਂ ਦੀ ਕਥਾ ਲਿਖਦਿਆਂ ਵਰਣਨ ਕੀਤੀ। ਸਭ ਕੋ ਪਾਖਤ ਨੇ ਸੁਰਗਵਾਸ ਰਗਰੋ ਕਰਾ ਸਗਰੀ ਪੁਰੀ ਸਮੇਤ। ਇੱਕ ਕਲਮਾ ਕੀ ਪੜਾਉਣਾ ਹੈ? ਸਾਰੀ ਅਯੁੱਧਿਆਪੁਰੀ ਨੂੰ ਰਾਮ ਜੀ ਆਪਣੇ ਨਾਲ ਹੀ ਲੈ ਗਏ ਨੇ। ਰਾਮ ਗਇਓ, ਰਾਵਣ ਗਇਓ। ਐ ਮਨਾ ਅੱਜ ਰਾਵਣ ਤੇ ਰਾਮ ਦੀ ਵਿਚਾਰ ਹੋਏ ਰਹੀ ਸੀ। ਸਦਾ ਨਹੀਂ ਕਿਸੇ ਨੇ ਰਹਿਣਾ ਜਗ ਤੇ, ਵਾਰੀ ਆਈ ਤੁਰ ਜਾਵਣ ਤੇ। ਸਦਾ ਨਹੀਂ ਕਿਸੇ ਨੇ ਰਹਿਣਾ, ਉਹ ਕਿਸੇ ਨੇ ਰਹਿਣਾ ਜਗ ਤੇ, ਵਾਰੀ ਆਈ ਤੁਰ ਜਾਵਣ।
प्यारे जी वारी आई तुर जावने प्यारे वारी आई तुर जावने सवानी किसे ने रहना जग से किसे नहीं रहना जग से वारी आई तुर जावने सदानी किसे ने रहना जग से वारी आई तुर जावने वारी आई तुर जावने रंग न तुम की वारिया पोगा आप प्यार दे नाल तो रावण दा विचार सी राम नाल ऐ राम काल दे बस काल बन्या सी इन्हें किसकी टाल करनी है दूसरा न बिलम धर्मं बिलम पापन इस तरह गुरबाणी च भी है ऐसे जनों करी धर्म कर लगे देर ना करो पाप करने लगे टाल दो कोई बुराई है पाप है वो तो टाल दे उस समय ऐ राम मैं तेन एक गल तुरया जाता दसदा मेरा इन्ना इरादा पक्का बनाया सी पर मेरिया मन दियां गल्लां मन विच रह गईयां की सी मैं सुरगां तक पौड़ियां ला देनियां सन सुरगा नु दुनिया आम जाती मेरे अंदर अहंकार आ गया हर जियो अहंकार ना पावे बेद कूक सुनावे कि मैं केड़ा मरना है मैनू इस गल ने खाली रख दिता है आ देख कोरा चलियो जुआरी दोवें हथ चार नांगे आवन नांगे जाना कोई न रहसी राजा नाना इत्थे कौन किमें आए हैं जन्म किमें लिए और गुरबाणी फिर आए तो हाँ जन्म का आपां नूं की पता है किमें जन्म लिया पता है मां नूं पता है दाई नूं पता है देखण वालियां नूं पता है नांगे आवन नांगे जाना कोई ना रहसी राजा राणा इस प्यार नाल जो बैराग है असी कहने ठीक है सुनते भी हाँ किन्नियां सज अपने बुजुर्गों के सज्जना मित्रां दे तुरन तो बाद आपां अर्थी दे पिछे उस आखिरत मंजिल विच तुरे जाते हाँ कोई पत्थर हिरदा हो आम सज्जन कहते हैं कि कम्युनिस्ट रब नूं नहीं मनते आम मशहूरी है पर उस वेले वो आखे कि रब है या नहीं है कि तू भी सजना तेनू ये रस्ता कदे मलना नहीं पैना नहीं सच है महाराजा जिथे महात्मा बुद्ध एडी कमाई कर गया सी उसनू भी एक महापुरुष ने कह दिता सी आखिर वेले अर्थी जान तो बाद फकीर ने और अर्थी चुकन जान वाले 5-4 उहदे दृष्टांत होए मैं कहता एक टॉप दे शब्द वो जो मिलते ने वही बोल रहे हैं ये अपने चन्ने ड्राइवर नूं कह दिता सी बग्गी दे कोचवान नूं क्यों बग्गी खड़ी कहते महाराज कोई इंसान दुनिया तो तुर गया कदी किसाइयां दे वाड़े नूं पशु जांदियां दी हालत देखी एक बिरद भी देख लिया सी बुजुर्ग धौला दाड़ा पर आप 31वें साल की अवस्था विच सी उस दिन सिद्धार्थ कपिल वस्तु रियासत का एक गद्दी नशीन टिक्का साहब जिसने तख्त का मालिक बनना सी 28वें साल जिसकी शादी हुई सी 3 साल विच एक पुत्र की प्राप्ति हुई सी 31वें साल आ एक चांस सी
कदी बुजुर्ग कौन बुढ़ा है, कहने लगे ये तो तुरिया नहीं जाता। कोचवान ने कह दिता, चन्ने ड्राइवर ने, कहने लगे किहा जा बुढ़ा हुंदा है, कदी देखिया नहीं, सुनते हाँ पढ़िया है। नैनो नीर बहे तन खीना, पहे केस दुध बानी, ओ केस पहे सी दुध वर्गे, नैना तो नीर बगे। चन्निया ये तो तुरिया नहीं जाता। बाबा फरीद जी भी कहने बुढ़ा हुआ शेख फरीद, कंबन लगी देख जे 100 बरिया जीवना भी तन होसी खे, जे 100 साल भी जीव ले ता भी की है, ये शरीर ने आखिर मिट्टी दा मिट्टी विच रल जाना है, इन्हें नहीं सदा रहना। आकाश ने पूछया सी, ये बाबा फरीद जी का शब्द है। आकाश कहने लग्या, हे धरती मैनू एक गल दस, फरीदा खेवट किन गए, खेवट मला कोई पिंड का आगू होवे, कोई इलाके का आगू होवे, कोई रियासत का मालक होवे, कोई मलाह का रूप धारण करके इधरों पूरा दे पूर उधर लाउंदा है, उधरों इधर लाउंदा है। जेड़े कहंदे सी मलाह असी दुनिया दे, की पुछया वो अज नजर ही ना आउंदे भूमीए, वो किधर गए से किन गए। जिमी पूछे आसमान, जिमी धरती नूं पूछया, आसमान ने आवाज आई बाबा फरीद जी उन्हां वल तक के जिन्हां दी एडी उच्ची दृष्टि सी, दिव्य दृष्टि जिन्हों कहंदे हां। साडे तां आही नेत्र अखां हन, आ बुरा है, आ भला है, आ नीच है, आ ऊंच है, आ बैरी है, आ मित्र है, आ कितना सोहना है, आ कितना बुरा है, इत्थे के खड़े आ। ये मंद दृष्टि है, ब्रह्म दृष्टि नहीं, सम दृष्टि नहीं। वो परमेश्वर नूं देखण वाला या काल अगे किथे चले गए, पर वो पिछले राजे किधर गए। मुल्क दे वाली देश बलैत कर गए खाली, चलदे मोर हंस दी चाली, अज नजरी आउंदे ना। मैनू दसी तां सही ना, जेड़े कहंदे सी मलागां असी दुनिया दे ओ नजरी ना, कहंदे सी मलागां असी दुनिया दे ओ नजरी ना गाउंदे भूमि। जेड़े कहंदे सी मलागां असी दुनिया दे, कहंदे सी मलागां असी दुनिया दे ओ नजरी ना। जेड़े कहंदे सी मलागां असी दुनिया दे, ओ कहंदे सी मलागां असी दुनिया दे। से किन गए, किथे गए। उत्तर मिलिया, हे आकाश जालण गोरा नाल, मड़ियां विचों कोई जालिया गया, कोई दफनाया गया, कईयां नूं कौं कुत्ते गिल जाई छक गए, कई पानी विच तारे गए। 3 संज्ञा कर देही कीनी, जल कूकर पसमे ही। ये दही का की हाल होना, क्या जाना है कि वो मरेंगे, कैसो मरनो है, ये कोई पता नहीं। बाबा अपने कर्मा की गत मैं क्या जानूं, मैं क्या जानूं बाबा रे, कोई पता नहीं। वीर हाड़ जले जो लाकड़ी, केस जरे जो घास, ये जग जरता देख के पयो कबीर उदास। हड्ड तेरे लकड़ियां वांगू लकड़ियां बिच जल जाने हन, तेरे केस जिमें घा जलदा है, पर जै सिर रच रच बांधत पाग, सो सिर चुंच सवारे काग। कईयां दियां दहियां रुलदियां ने, कोई भैन भरा दोस्त मित्र रिश्तेदार संबंधी कोल नहीं हुंदा। कईयां दियां लाशां रुल जांदे हन, कौं कुत्ते गिल जां छक जांदे हन। अपने कर्मां की गत बाबा जी ने एवें नहीं किया,
ਕੋਈ ਪਤਾ ਨਹੀਂ ਕਿੱਥੇ ਮੌਤ ਆਉਂਦੀ ਹੈ। ਮਰਨਾ ਮਰਨੋ ਮਰਨ ਕਹੇ ਸਭ ਕੋਈ। ਤੋ ਉੱਤਰ ਮਿਲਿਆ ਆਕਾਸ਼ਾ। ਧਰਤੀ ਨੇ ਆਖਿਆ ਜਿਹੜੇ ਐਡੇ ਰਾਜੇ ਮਹਾਰਾਜੇ जिनके रथ नेम दरारन से सत सागर हैं अब लो जग माही। मान ताता राजा लखा लश्कर आलवड अज हर एक अज नहीं है कोई चक्रवर्ती मान ताता होया सत जग में। भगवान कृष्ण चंद्र जी ने पांडवां नूं चक्रवर्ती राजे बना दिता बिक्रमाजीत मान ताता जिधर भी लंघ जाता रथां ते सवारी सी। जिधर जावे तख्त सलाम और जिधर जावे नजराने लखां लश्कर नाल आकाशां नूं उड़न धूड़ां। सूरज चंद्रमा भी ढके जाते सन। जिधर रथ लंघ गया रथ दे पईआं दियां लीहां दे अज 7 समुंदर बने खड़े हैं। जिन चांपन गोशन के बल ते फिर शास्त्र चुके ने। उस वेले गोपीए चलाउंदे सी। जिस तरह तीर कमान है शास्त्र माला पढ़ो किन्ने शास्त्रां दे नाम आउंदे हैं। शास्त्र माला विच गुरु गोबिंद सिंह जी ने 10वें ग्रंथ विच उन्हां शास्त्रां दे नाम लैणे फिर अर्थ करने। फिर अजमैशी नमैशी ने भी ये हुंदे ही कहे जे ने। तलवार किहनूं कहंदे ने तवर किहनूं कहंदे ने। ऐसे गोपीए चलाउणे बच्चे हुंदे चलाउंदे रहे। गोपीए चलांदे चलांदे उस राजे दी सेना ने और मानताता ने जिन चांपन गोशन के बलते जिदा अर्थ है गोपीए चला करके सब आन बटोर तरे तरमाही। आज सारे पहाड़ जितने खड़े हैं ठीक है कि पढ़े लिखे बहुत कुछ लिखते नहीं पर शास्त्र मुताबिक मैं धार्मिक लाइन ते बोलना कि ये जिन्ना भी पहाड़ी इलाका है जो खड़े ने ये सब मानताता दे चलाए हुए ਉਹਦੇ ਸੂਰਮਿਆਂ ਦੇ ਚਲਾਏ ਹੋਏ ਗੋਪੀਆਂ ਦੇ ਗੋਸ਼ੇ ਪਏ ਹਨ ਇਕੱਠੇ ਕੀਤੇ ਹੋਏ। ਸੁਰ ਰਾਜ ਡਰੇ ਜਿਨ ਕੇ ਬਲਤੇ ਉਹੀ ਮਹਾਰਾਜੇ ਰਾਵਣ ਦੇ ਪੁੱਤਰ ਦੀ ਜਾਂ ਮੇਘਨਾਥ ਦੀ ਜਦੋਂ ਬਰਸੀ ਚੱਲ ਬਰਛੀ ਆਤਾ ਬਰਸੀ ਬਰਸ ਬਾਅਦ ਉਹ ਬਰਛੀ ਆ ਛੱਛੇ ਨਾਲ ਆਊਗੀ। ਜਿਵੇਂ ਤੀਰ ਕਮਾਨ ਨੇਜੇ ਬਰਛੀ ਚੱਲਦੀ ਸੀ ਤੀਰ ਕਮਾਨ ਤਲਵਾਰਾਂ ਚਲਾਉਂਦੇ ਜੋਧੇ ਜਦੋਂ ਬਰਛੀ ਚਲਾਉਂਦਾ ਸੀ ਨੇਜੇ ਬਾਜੀ ਚੱਲਦੀ चलावे मातलोक विच लंकापति दे पुत्र दी ये शास्त्र विद्या। इंद्र भी बैठा थर थर करदा सी इंद्रपुरी दा राजा कि अगर इधर तां जे ये लड़दा ही है मेघनाथ जे सुर लोक नूं सुर्ग वाले दी दृष्टि निगाह पै गई किते मेरा राज भी ना खत्म कर देवे मेरे ही ना चला देवे वर्षी। इहदा तीसरी पंक्ति संत महापुरुष जिन्हां दी रचना रचाई हुई है ये निर्मले संतां दा मैं वेदांत दे ग्रंथ दी वस्तु बोल रहा हाँ। सुर राज डरै जिनके बल ते जिस दे बल तो शक्ति तो इंद्रापुरी दा राजा भी डरदा सी कि बाबा हथ बने ये शास्त्रां नूं नीचे ही रखी देखी किते मेरे बल ना आ जावी यमराज जिते जिहने जग माही। तीसरी लाइन दी अद्धी पंक्ति हिस्से च एक स्त्री दा जो पति वरता सी। स्त्री वरता धर्म पति वरता धर्म। धर्म बहुत ने साडा आपदा की धर्म है तो उसका पति चढ़ाई कर गया उन्होंने जम लई जाते ने पति वरता स्त्री सतवंती जिसका मैं टूक दे रहा उन्होंने दिख गए जम सानू नहीं आम नू नहीं दिखते। जदों आके फरीदा जिंद ने वाणी कढ़ी है हड्ड कड़कते ने नब्जां टुटदियां ने। आप आम बंदे तक की बैदा के हथ विच नब्ज पकड़ी हुंदी है उन्होंने भी जम नहीं दिखते। जद आउंदे ने जब राजे के हेरू आए जिन गल संगल बांध लिया पकड़ लेंदे ने कुटदे ने मारदे ने। उस सतवंती दे पति नूं लै गए जम पकड़ के जिंद कढ़ लई ਉਹਦੇ ਵਿੱਚ ਸੱਤਿਆ ਸੀ ਸ਼ਕਤੀ ਸੀ ਉਹ ਵੀ ਪਿੱਛੇ ਹੀ ਤੁਰ ਪਈ। ਕੋਈ ਬਲ ਹੈ ਜਿਹੜਾ ਲਈ ਜਾਂਦਾ ਹੈ ਸੱਤ ਦਾ। ਕਿੱਥੇ ਵਿਵਾਨ ਉੜਦੇ ਨੇ ਕਿੱਥੇ ਅੱਜ ਜੰਮ ਖਿੱਚੀ ਜਾਂਦੇ ਨੇ तो पिछे रोंदी जाती है। आखिर जमपुरी लै गए इत्थे आम इन्ना ही किसी दोषी नूं आके पुलिस पकड़ लेंदी है हथकड़ियां ला लेंदे ने बेड़ियां भी अगे लाउंदे ने और खिचदे ने मगर वो डंडे मारन वाले भी हुंदे हन और उन्होंने किथे जमपुरी चल तैनूं पहल दे थाने ले जाके सुटांगे चल अगे पेशी
ਜੱਜ ਤੱਕ ਚਲੇ ਜਾਓ, ਮੈਂ ਇਹ ਧਰਮਰਾਜ ਦੀ ਵਿਚਾਰ ਤੱਕ ਚਲਿਆ ਜਾਂਦਾ ਹਾਂ। ਅਜ਼ਰਾਈਲ ਜ਼ਬਰਾਈਲ ਕੱਲ ਵੀ ਮੈਂ ਬੋਲਿਆ ਸੀ, 3 ਪ੍ਰਕਾਰ ਦੀ ਪੁਲਿਸ ਹੈ, ਦੂਤ, ਜਮਦੂਤ ਹਨ, ਮਹਾਦੂਤ। 3 ਪ੍ਰਕਾਰ ਦੀ ਧਰਮਰਾਜ ਦੀ, ਜੱਜ ਦੀ ਪੁਲਿਸ ਹੈ। ਜਾਓ ਪਕੜ ਲਿਆਓ, ਇੱਕ ਨੂੰ ਪਤਾ ਹੀ ਨਹੀਂ ਦਿੰਦੇ। ਅੱਜ ਕੱਲ ਬਹੁਤ ਦੁਨੀਆ ਦਾ ਸਾਡਾ ਹਾਲ ਅਸੀਂ ਦੇਖਦੇ ਹਾਂ ਵੀ ਫਲਾਣਾ ਚੱਕ ਲਿਆ ਜੀ। ਕਈ ਦਫਾ ਮੇਰੇ ਕੋਲ ਵੀ ਜਾ ਕੇ ਪਈ ਪ੍ਰੇਮੀ ਰੋਂਦੇ ਨੇ। ਮੈਂ ਕਿਹਾ ਕਿਉਂ ਬਈ? ਉਹ ਤਾਂ ਜੀ ਪਤਾ ਹੀ ਨਹੀਂ ਲੱਗਿਆ ਵੀ ਕਿਹੜੇ ਥਾਣੇ ਲੈ ਗਏ ਹਨ। ਆਹ ਦਸ਼ਾ ਦੇਖਦੇ ਇਉਂ ਹੀ ਪਕੜ ਲਿਆ, ਚੁੱਕ ਲਿਆ। ਸੱਚ ਹੈ ਉਹਦੀਆਂ ਤਾਹਾਂ ਪੈਂਦੀਆਂ ਜਾਂਦੀਆਂ ਨੇ ਤੇ ਜਮ ਪਕੜੀ ਜਾਂਦੇ ਨੇ। ਕੋਈ ਡੰਡੇ ਮਾਰਦਾ, ਉਹ ਸਤਵੰਤੀ ਪਿੱਛੇ ਪਿੱਛੇ ਰੋਂਦੀ ਜਾਂਦੀ ਹੈ। ਪਰ ਇਹ ਜਮਾ ਨੇ ਕਿਹੜਾ ਉੱਥੇ ਘੋਲ ਕਰਨੀ ਹੈ ਕੋਈ। ਆਪੀ ਨੇ ਭੋਗ ਭੋਗ ਕੇ ਹੋਏ ਭਸਮਰ ਭੌਰ ਸਦਾਇਆ। ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ। ਇੱਥੇ ਪੁਲਿਸ ਤਾਂ ਅਜੇ ਲਿਹਾਜ਼ ਰੱਖਦੀ ਹੈ ਵੀ ਹੱਥਕੜੀ ਲਾ ਲਓ, ਪਕੜ ਲਓ, ਗੱਡੀ 'ਚ ਸੁੱਟ ਲਓ। ਬੇੜੀਆਂ ਅੱਗੇ ਜਾ ਕੇ ਜੇਲ੍ਹ ਖਾਨੇ ਲਾਉਣਗੇ ਜਦੋਂ ਸਜ਼ਾ ਹੋ ਜੂਗੀ। ਪਰ ਗਲ ਵਿੱਚ ਸੰਗਲ ਪਾ ਕੇ ਧਰਮ ਰਾਜੇ ਦੇ ਤਾਂ ਉਹ ਹਨ ਸੱਜਣ ਬਈ ਆ ਜਾ। ਗਲ ਵਿੱਚ ਸੰਗਲ ਪਾ ਕੇ ਵੀ ਉਹਨੂੰ ਖਿੱਚੀ ਜਾਂਦੇ ਹਨ। ਤਾਂ ਉਹ ਬੰਦਾ ਕਿਆ ਹੈ? ਨਾਨਕ ਹੰਸਾ ਆਦਮੀ ਬੱਧੇ ਜੰਪੁਰ ਜਾਏ। ਬੰਦਾ ਜਮਾ ਦੀ ਪੁਰੀ ਨੂੰ ਜਾਵੇ ਬੰਨਿਆ, ਹੰਸਾਂ ਵਾਲਾ ਰੂਪ ਧਾਰ ਕੇ। ਬੰਦਾ ਜਮਾ ਦੀ ਪੁਰੀ ਨੂੰ ਜਾਵੇ ਬੰਨਿਆ, ਹੰਸਾਂ ਵਾਲਾ ਰੂਪ ਧਾਰ ਕੇ ਜੀ। ਬੰਦਾ ਜਮਾ ਦੀ ਪੁਰੀ ਨੂੰ ਜਾਵੇ ਬੰਨਿਆ, ਹੰਸਾਂ ਵਾਲਾ ਰੂਪ ਧਾਰ ਕੇ। ਵੱਧੇ ਜੰਪੁਰ ਜਾ ਬੰਨੀ ਜਾਂਦੇ ਨੇ, ਜਮਾਂ ਦੀ ਪੁਰੀ ਨੂੰ ਜਾ ਰਹੇ ਨੇ ਤੇ ਸਤਵੰਤੀ ਪਿੱਛੇ ਰੋਂਦੀ ਜਾਂਦੀ ਹੈ। ਇੱਥੇ ਵੀ ਦੇਖ ਲਓ, ਜਿਹਨੂੰ ਬੰਨੀ ਜਾਂਦੇ ਨੇ ਪਿੱਛੋਂ ਜਿਹਦਾ ਹੋਵੇ ਪਿੱਛੋਂ ਰੋਂਦੇ ਵੀ ਜਾਂਦੇ ਨੇ। ਕਈ ਕਹਿਣਗੇ ਨੰਬਰਦਾਰ ਦੀ ਪੁੱਗਦੀ ਆ ਉੱਥੇ, ਨੰਬਰਦਾਰ ਨੂੰ ਲਵੋ, ਸਰਪੰਚ ਨੂੰ ਲਵੋ, ਆਗੂ ਨੇ, ਚੌਧਰੀ ਖਾਨਦਾਨ, ਅੱਛੇ ਖਾਨਦਾਨ ਜਿਨ੍ਹਾਂ ਦੀ ਗੱਲ ਥਾਣੇਦਾਰ ਤੱਕ ਜਾਂਦੀ ਹੈ, ਐਚਐਸ ਅੱਜ ਅਫਸਰਾਂ ਤੱਕ, ਚਲੋ ਜੱਜਾਂ ਤੱਕ ਵੀ ਮੈਂ ਬੋਲ ਜਾਊਂਗਾ। ਆਪ ਦੇ ਵਰਤਾਰੇ ਤੁਸੀਂ ਦੇਖਦੇ ਹੀ ਹੋ ਦੁਨੀਆ ਵਿੱਚ ਵੀ ਇਹ ਛਡਾ ਲਿਆਉਣਗੇ। ਕਈ ਰੋਂਦੇ ਜਾਣਗੇ ਮੇਰੇ ਨੂੰ ਪਕੜ ਕੇ ਕਿਉਂ ਲੈ ਗਏ, ਤਾਹਾਂ ਮਾਰਦੇ ਜਾਂਦੇ ਨੇ। ਇਉਂ ਜੰਪੁਰੀ ਨੂੰ ਇੱਕ ਉਸ ਸੱਜਣ ਨੂੰ ਲੈ ਗਏ, ਉਹਦੀ ਸਤਵੰਤੀ ਘਰਵਾਲੀ ਪਿੱਛੇ ਪਿੱਛੇ ਰੋਂਦੀ ਜਾਂਦੀ ਹੈ। ਪਹੁੰਚ ਗਏ
ਧਰਮਰਾਜੇ ਦੀ ਪੇਸ਼ ਕਰ ਦਿੱਤਾ। ਜਿਸ ਤਰ੍ਹਾਂ ਲਿਆ ਕੇ ਥਾਣੇ ਵਿੱਚ ਵੀ ਲਓ ਸਰਦਾਰ ਬਹਾਦਰ ਆ ਫੜ ਲਿਆਂਦਾ ਮੁਲਜ਼ਮ, ਹੁਣ ਦੱਸੋ ਕੀ ਕਰੀਏ। ਉਹ ਫਿਰ ਬੰਨੇ ਨੂੰ ਕਈਆਂ ਦੇ ਕਟਾਪੇ ਕਿਉਂ ਕਹਿੰਦੇ ਜੇ ਇਹਨੂੰ ਉਹ ਕੋਠੜੀ 'ਚ ਸੁੱਟੋ ਫਿਰ ਇਹਦੀ ਗੱਲ ਪੁੱਛੀ ਜਾਊਗੀ। ਆਮ ਚੱਲਦਾ ਕੋਠੜੀਆਂ 'ਚ ਸੁੱਟਣਾ ਹੈ, ਉਹ ਸਮਝੋ 18 ਨਰਕ ਸਾਗਤ ਭੋਗਾਈ ਹੈ। ਅੱਗੇ ਆਉਣਗੇ, ਅੱਗੇ ਦੋਜ਼ਕਾਂ ਦੀ ਸਜ਼ਾ ਹੈ, ਮਾਰਾਂ ਪੈਂਦੀਆਂ ਹਨ। ਪਰ ਆਓ ਜਰਾ, ਮੈਂ ਤਾਂ ਸਿਰਫ ਸਤਵੰਤੀ ਦਾ ਰੋਣਾ ਜਮਾਂ ਦੀ ਪੂਰੀ ਪੇਸ਼ ਹੀ ਹੋ ਗਈ, ਮਗਰ ਉਹ ਰੋਂਦੀ ਚਲੀ ਗਈ। ਦੇਖੋ ਉਹਨੂੰ ਰੋਕਿਆ ਨਹੀਂ, ਉਹਦੇ ਪਾਸ ਰੱਬੀ ਬਲ ਸੀ, ਸੱਤ ਸੀ, ਸਦਾ ਸੁਹਾਗਣੀ ਸੀ, ਆਪਣੇ ਪਤੀ ਵਰਤਾ ਧਰਮ ਵਿੱਚੋਂ ਕਾਇਮ ਸੀ। ਉਸੇ ਸ਼ਕਤੀ ਨਾਲ ਉਸਨੇ ਕਿਆ ਜਮਾਂ ਦੀ ਪੂਰੀ ਤੱਕ ਪੁੱਜਣਾ ਕੀਤਾ। ਅੱਗੇ ਪੇਸ਼ੀ ਹੋ ਰਹੀ ਹੈ, ਹੋਰ ਦੀ ਗੱਲ ਨਹੀਂ ਸੁਣੀ। ਜਦ ਪੇਸ਼ ਕੀਤਾ ਉਹ ਵਿਚਾਰੀ ਤਹਾਂ ਮਾਰ ਰਹੀ ਹੈ। ਕੁਦਰਤੀ ਰਹਿਮ ਆ ਗਿਆ ਜਮ ਰਾਜੇ ਦੇ। ਜਮ ਰਾਜਾ ਵੀ ਮਹਾਰਾਜਾ ਜਨਕ ਬਾਰੇ ਬਹੁਤ ਸਾਖੀਆਂ ਸੁਣਦੇ ਰਹਿੰਦੇ ਹੋ। ਇੱਕ ਰੋਣੀ ਕਿਹਾ ਇੱਕ ਦਿਨ ਖੁਦ ਧਰਮਰਾਜ ਨੇ ਉਹ ਕਚਹਿਰੀ ਲਾ ਕੇ ਗਾਵਨ ਤੁਧ ਨੂੰ, ਜਿੱਥੇ ਸੋਦਰ ਪੜ੍ਹਦੇ ਗਾਵਾ ਤੁਧ ਨੂੰ ਰਾਜਾ ਧਰਮ ਦੁਆਰੇ। ਸੋਦਰ ਪੜ੍ਹ ਲਿਓ, ਕਿੰਨੇ ਕੁ ਗਾਉਂਦੇ ਨੇ। ਧਰਮ ਰਾਜਾ ਵੀ ਰੱਬ ਨੂੰ ਗਾਉਂਦਾ ਹੈ। ਉਸਦੇ ਦਰਬਾਰ ਰਾਜ ਦਰਬਾਰ ਸਮਝੋ ਆਪਦਾ ਹੈ, ਜਿੱਥੇ ਉਹਦੀ ਚੱਲਦੀ ਹੈ ਹੁਕੂਮਤ ਹੈ, ਹੁਕਮ ਚਲਾ ਰਿਹਾ ਜਮਾਂ ਤੇ, ਉਹਦਾ ਤਖਤ ਹੈ। ਇੱਕ ਦਿਨ ਇਕੱਠੇ ਕਰਕੇ ਆਪਣੇ ਜਮਾਂ ਨੂੰ ਕਹਿਣ ਲੱਗਿਆ 3 ਪ੍ਰਕਾਰ ਦੀ ਪੌਲਿਸ ਨੂੰ, ਮੇਰੀ ਗੱਲ ਸੁਣੋ ਜਰਾ, ਇੱਕ ਗੱਲ ਸੁਣ ਲਿਓ, ਜਿੱਥੇ ਮੈਂ ਭੇਜਦਾ ਜਾਇਓ ਜ਼ਰੂਰ, ਪਰ ਇੱਕ ਹਦਾਇਤ ਹੈ, ਇੱਕ ਹੱਦ ਤੋਂ ਬੇਹੱਦ। ਇੱਕ ਗੱਲ ਇਹ ਲਾਈਨ ਨਾ ਲੰਘ ਜਾਓ। ਕਈ ਦਫਾ ਬੋਲੀ ਦੇ ਤੇ ਕਿਹੜੀ ਗੱਲ, ਜੇਕਰ ਸੀਤਾ ਲੀਕ ਨਾ ਟੱਪਦੀ ਕਿਉਂ ਰਾਵਣ ਲੈ ਜਾਂਦਾ। ਜਿਹੜੇ ਹੱਦ ਤੋਂ ਬੇਹੱਦ ਹੋ ਜਾਣ, ਹੱਦ ਵੀ ਹੈ ਕੋਈ ਵਸਤੂ ਦੀ। ਰਸਤੇ ਛੋੜ ਕੁਰਸਤੇ ਤੁਰਦਾ ਸੋਈ ਧੱਕੇ ਖਾਂਦਾ। ਤੁਸੀਂ ਇੱਕ ਮੈਂ ਤੁਹਾਨੂੰ ਹੱਦ ਬੰਨਦਾ। ਕਹਿਣ ਲੱਗੇ ਮਹਾਰਾਜ ਦੱਸੋ। 3 ਪ੍ਰਕਾਰ ਦੀ ਪੌਲਿਸ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਬਾਬਾ ਜੀ ਫਰਮਾਉਂਦੇ ਨੇ ਇਹ ਦੂਤੋ 3 ਪ੍ਰਕਾਰ ਦੀ ਪੌਲਿਸ ਨੇ। ਜਿੱਥੇ ਸਾਧੂ ਬੈਠੇ ਹੋਣ ਪੂਰਨ ਪੁਰਸ਼, ਗੋਬਿੰਦ ਭਜਨਾ ਹੋ ਰਿਹਾ ਹੈ, ਇੱਥੋਂ ਹੁਣ ਕਿਵੇਂ ਜੰਮ ਪਕੜ ਕੇ ਲਿਜਾਊਗਾ ਭਾਈ। ਸੰਤ ਮਹਾਰਾਜ ਜੀ ਖੁਦ ਸੰਤ ਬਾਬਾ ਆਤਰ ਸਿੰਘ ਜੀ ਦੇ ਦਰਬਾਰ ਵਿੱਚ ਮੇਰੇ 2-3 ਮਹਾਂਪੁਰਸ਼ਾਂ ਦੇ ਜੀਵਨਾਂ ਦੀ ਗਾਥ ਹੈ। ਇੱਕ ਸੰਤ ਕਿਰਪਾਲ ਸਿੰਘ ਛੰਨਾ ਵਾਲਿਆਂ ਦੇ, ਤੀਜਾ ਸੰਤ ਵਿਸਾਖਾ ਸਿੰਘ ਪੰਥ ਹੀਰਾ ਰਤਨ ਕਿਸ਼ਨਪੁਰਾ ਕਲਾਂ, ਤਿੰਨਾਂ ਦੇ। ਉਹਨਾਂ ਚੋਂ ਮੈਂ ਜਿਹਦੇ ਹੋਰਾਂ ਦੀ ਤੋਂ ਵਾਪਰੀ ਲੰਘ ਗਈ, ਮੇਰੇ ਸਮੇਂ 'ਚ ਸੰਤ ਇੱਕ ਮੱਸਾ ਸਿੰਘ ਸੀ ਇੰਦਗੜ੍ਹ ਤੋਂ, ਨਾਲੇ ਇੰਦਗੜ੍ਹ ਧਰਮਕੋਟ ਬੱਡੂਵਾਲ, ਇਹ ਕਿਸ਼ਨਪੁਰੀ ਤੋਂ ਅੱਗੇ ਜਦੋਂ ਜਾਈਏ ਮੋਗੇ ਵਾਲੀ ਲਾਈਨ, ਉਹ ਉਸ ਵੇਲੇ ਇਹ ਇਲਾਕੇ ਵਾਲੇ ਸੱਜਣ ਸਭ ਜਾਣਦੇ ਆ। ਜਿਸ ਵਕਤ ਪਟਿਆਲੇ ਤੋਂ 12 ਸੱਜਣ ਸਮੇਤ ਰਫਲਾਂ, ਜਿਸ ਵਿੱਚ ਦਰਬਾਰਾ ਸਿੰਘ ਡਾਕੂ ਵੀ ਸੀ, ਉਹਦਾ ਉਹ ਸਾਥੀ ਮੱਸਾ ਸਿੰਘ ਸੀ। ਉਹ ਅਸੀਂ ਇਕੱਠੇ ਰਹੇ ਹਾਂ। ਮੇਰੇ ਕਹਿਣ ਦਾ ਮੈਂ ਬੋਲ ਰਿਹਾ ਦਰਗਾਹ ਵਿੱਚ। ਉੱਥੇ ਉਸ ਵੇਲੇ ਉਹਦੇ ਪਿੱਛੇ ਪੁਲਿਸ ਡਾਕੂਆਂ ਦੇ ਨਾਲ ਰਲਿਆ ਹੋਇਆ ਔਰ ਅਸਲਾ ਚੁੱਕਿਆ ਗਿਆ। ਸਰਕਾਰ ਮਹਾਰਾਜ ਪਟਿਆਲੇ ਦਾ ਅੰਗਰੇਜ਼ ਦੇ ਅਧੀਨ ਵੀ ਰਾਜ। ਇੱਕ ਦਫਾ ਮਹਾ ਸੰਤ ਬਾਬਾ ਵਿਸਾਖਾ ਸਿੰਘ ਜੀ ਕਿਸ਼ਨਪੁਰਾ ਕਲਾਂ ਵਾਲਿਆਂ ਦੀ ਉਹ ਦੀਵਾਨ ਹੋ ਰਿਹਾ, ਸੰਗਤ ਹੋ ਰਹੀ ਹੈ। ਕਿੱਥੇ? ਸ਼ੇਰਪੁਰ ਕਲਾਂ, ਜਿੱਥੇ ਸੰਤ ਬਾਬਾ ਆਨੰਦ ਸਿੰਘ ਜੀ ਦਾ ਅਵਤਾਰ ਨਗਰ ਹੈ। 12 ਸਾਲ ਮਹਾਰਾਜ ਭੋਰੇ 'ਚ ਰਹੇ। ਇੱਕ ਦਿਨ ਆਪਦਾ ਵਿਚਾਰ ਕੀਰਤਨ ਇੱਕ ਸੁਰ ਚੁੱਕ ਸ਼ਬਦ ਪੜ੍ਹਦੇ ਨੇ, ਸੰਗਤ ਇਕੱਤਰ ਹੋਈ ਸੀ। ਉੱਥੇ ਭੱਜ ਕੇ ਮਗਰ ਪੌਲੀਸ ਹੈ, ਜਿਸ ਤਰ੍ਹਾਂ ਮਹਾਰਾਜਾ ਆਲਾ ਰਾਏ ਸਾਹਿਬ ਦੀ ਕਥਾ ਹੈ। ਉਹ ਸੰਤਾਂ ਦੀ ਮੰਡਲੀ ਬਾਬਾ ਜੀ ਦੇ ਭਾਵ ਸੰਗਤ ਵਿੱਚ ਦੀਵਾਨ ਵਿੱਚ ਆ ਬੈਠੇ, ਪੌਲੀਸ ਛੱਡ ਗਈ। ਉਸ ਤੋਂ ਬਾਅਦ ਮਨ ਵਿੱਚ ਇਹੀ ਹੋਇਆ, ਸੰਤ ਕਦੇ ਕਦੇ ਮੈਂ, ਕਿਉਂਕਿ ਜਥੇਦਾਰ ਸੀ ਉਸ ਵੇਲੇ ਮਹਾਰਾਜ ਦੀ, ਸੰਤ ਵਿਸਾਖਾ ਸਿੰਘ ਦੀ ਧਾਰਨਾ ਮੇਰੇ ਉਹ ਯਾਦ ਹੈ, ਉਹ ਉਸੇ ਟੂਕ ਤੇ ਪੜ੍ਹਦੇ। ਉਹ ਤਾਂ ਉਹਨਾਂ ਦਾ ਪ੍ਰਮਾਣ ਮੈਂ ਦੇ ਰਿਹਾ। ਸੰਤ ਮਹਾਰਾਜ ਨੇ ਸੰਤ ਆਤਰ ਸਿੰਘ ਜੀ ਦਾ ਔਰ ਸੰਤ ਕਿਰਪਾਲ ਸਿੰਘ ਛੰਨਾ ਵਾਲਿਆਂ ਦਾ ਪ੍ਰਮਾਣ ਦਿੱਤਾ ਸੀ। ਫਿਰ ਕੀ ਹੋਇਆ, ਮੈਂ ਧਾਰਨਾ ਉਹ ਪੜ੍ਹੂੰ ਪਿਆਰ ਨਾਲ, ਕਿ ਉਹ ਮੱਸਾ ਸਿੰਘ ਜਿਹੜਾ ਫੌਜੀ ਸੀ, ਡਾਕੂਆਂ ਵਿੱਚ ਰਲਿਆ, ਉਹਦੇ ਮਗਰ ਪੁਲਿਸ ਉਹ ਸੰਤਾਂ ਦੀ ਸੰਗਤ ਵਿੱਚ ਜਾ ਰਿਹਾ। ਸ਼ਾਸਤਰ ਪਤਾ ਨਹੀਂ ਕਿੱਥੇ ਸੁੱਟ ਗਿਆ, ਬਸ ਹੱਥ ਜੋੜੇ ਹੋਏ ਨੇ। ਪੁਲਿਸ ਛੱਡ ਗਈ। ਆਖਿਰ ਦੀਵਾਨ ਤੋਂ ਬਾਅਦ ਸੰਤ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ। ਕਹਿੰਦੇ ਭਾਈ ਤੂੰ ਡਰਾਉਣਾ ਚਿਹਰਾ, ਥਰ ਥਰ ਕਿਉਂ ਕੰਬੀ ਜਾਂਦੇ? ਸੰਤ ਵਿਸਾਖਾ ਸਿੰਘ ਕਹਿਣ ਲੱਗੇ, ਹੱਥ ਜੋੜੇ, ਕਹਿਣ ਲੱਗਾ ਮਹਾਰਾਜ ਮੇਰੇ ਤੋਂ ਗੁਨਾਹ ਹੋਇਆ, ਮੈਂ ਗੁਨਾਹੀ ਹਾਂ। ਪਟਿਆਲੇ ਮੈਂ ਰਸਾਲੇ ਵਿੱਚ ਸੀ, ਅਸੀਂ 12 ਸੱਜਣ ਰਾਈਫਲਾਂ ਲੈ ਕੇ ਬਸ ਭਗੌੜੇ ਹੋ ਗਏ। ਉਹਨਾਂ ਵਿੱਚੋਂ ਇੱਕ ਮੇਰਾ ਨੰਬਰ ਹੈ, ਬਾਕੀ ਅਸੀਂ ਖਿੰਡੇ ਫਿਰਦੇ ਹਾਂ। ਹੁਣ ਫਿਰ ਉਹ ਦੇਖੋ ਪੁਲਿਸ ਪਿੱਛੇ ਸੀ, ਮੈਂ ਸਭ ਸ਼ਾਸਤਰ ਸੁੱਟ ਕਰਕੇ
ਤੁਹਾਡੇ ਚਰਨਾਂ ਵਿੱਚ ਆ ਗਿਆ, ਹੁਣ ਮੈਨੂੰ ਆਪਣਾ ਹੀ ਬਣਾ ਲਓ, ਆ ਪੌਲੀਸ ਤੋਂ ਬਚਾ ਲਓ। ਮਹਾਂਪੁਰਸ਼ ਗੱਲ ਮੁਕਾਓ, ਕਿਸ਼ਨਪੁਰੇ ਅਸੀਂ ਇਕੱਠੇ ਰਹੇ ਹਾਂ, ਇਕੱਠਿਆਂ ਨੇ ਕਈ ਦਫਾ ਕੀਰਤਨ ਉਹਨਾਂ ਨੇ ਚਿਮਟਾ ਲੈ ਲੈਣਾ, ਸੇਵਾ ਵਿੱਚੋਂ ਮਹਾਰਾਜ ਦੇ ਗੜਵਈ ਵੀ ਰਹੇ। ਭਾ ਮੇਰੇ ਕਹਿਣ ਤੋਂ ਕਹਿਣ ਲੱਗੇ ਲੈ ਚੰਗਾ ਹੁਣ ਅੰਮ੍ਰਿਤ ਵੀ ਛਕਿਆ? ਕਹਿੰਦਾ ਜੀ ਛਕਿਆ ਸੀ ਪਰ ਅਧੂਰਾ ਜਿਹਾ ਬਣ ਗਿਆ। ਛਕਾਤਾ, ਚੋਲਾ ਪਹਿਨਾਤਾ, ਲੰਗਰ 'ਚ ਸੇਵਾ ਕਰ। ਇੱਕ ਦਿਨ ਉਹ ਲੰਗਰ 'ਚ ਸੇਵਾ ਕਰਦਾ, ਇਤਨੇ ਨੂੰ ਉਹ ਦੁੱਧ ਵਰਤਾਉਂਦਾ, ਭੋਜਨ ਵਰਤਾਉਂਦਾ। ਐਸਪੀ ਸਾਹਿਬ ਆ ਗਏ ਸਿਵਲ ਵਰਦੀ 'ਚ, ਔਰ ਆ ਕੇ ਦੇਖਣ ਲੱਗੇ ਵੀ ਇਹ ਅਸਲੀ ਉਹੀ ਆ ਮੱਸਾ ਸਿੰਘ ਕਿ ਸੰਤ ਹੈ ਕੋਈ। ਜਦੋਂ ਆ ਕੇ ਪੰਗਤ ਵਿੱਚ ਐਸਪੀ ਸਾਹਿਬ ਵੀ ਉਹਦੇ ਨਾਲ ਦੇ ਜਿਹੜੇ ਸੇਵਕ ਸੀ ਉਹ ਵੀ ਸਿਪਾਹੀ ਸੱਜਣ ਬੈਠ ਗਏ, ਪੰਜ ਚਾਰ ਦੀ ਪੰਗਤ। ਲਓ ਭਾਈ ਦੁੱਧ ਛਕੋ, ਦੁੱਧ ਛਕੋ, ਇਸ ਤਰ੍ਹਾਂ ਭੋਜਨ ਛਕੋ। ਉਹ ਐਸਪੀ ਸਾਹਿਬ ਦੇਖ ਕੇ ਮਨਾਰ ਮਨੂਰ ਸਿਆਣਦੇ ਹੋਏ ਉਹ ਸਭ ਕੁਛ ਕਰ ਲੈਂਦੇ ਨੇ, ਉਹਨਾਂ ਨੂੰ ਕੀ ਨਹੀਂ ਆਉਂਦਾ ਕਰਨਾ। ਪਕੜਨੇ ਵੀ ਆਉਂਦੇ ਨੇ, ਛੱਡਣੇ ਵੀ ਆਉਂਦੇ ਨੇ, ਬਖਸ਼ਣੇ ਵੀ ਆਉਂਦੇ ਨੇ, ਜਾਣਦੇ ਵੀ ਨੇ, ਉਹ ਪਿੱਛਾ ਵੀ ਕਰਦੇ ਨੇ। ਗੱਲ ਕੀ ਕਹਿਣ ਲੱਗੇ, ਭਾਈ ਤੇਰਾ ਨਾਮ ਕੀ ਹੈ? ਪ੍ਰੇਮੀਆ ਤੇਰਾ ਨਾਮ ਕੀ ਹੈ? ਐਸਪੀ ਸਾਹਿਬ ਕਹਿ ਰਹੇ ਹੈ। ਉਹ ਕਹਿਣ ਲੱਗਾ ਸੰਤ ਮੱਸਾ ਸਿੰਘ। ਹੱਸ ਪਏ ਐਸਪੀ ਸਾਹਿਬ, ਕਹਿੰਦੇ ਗੱਲ ਸੁਣ, ਇਹ ਮੈਂ ਬਾਬਾ ਜੀ ਨੰਦ ਸਿੰਘ ਦੇ ਨਗਰ ਇਹ ਸੰਤ ਵਿਸਾਖਾ ਸਿੰਘ ਦੇ ਚਿਹਰੇ ਨੂੰ, ਇਹਨਾਂ ਦੀ ਕਮਾਈ ਨੂੰ ਦੇਖ ਕੇ ਨਿਮਰੇ ਹਾਂ, ਮੈਂ ਵੀ ਲੇਖੇ ਦੇਣੇ ਨੇ, ਹੁਣ ਤੂੰ ਸੰਤ ਬਣ ਕੇ ਹੀ ਰਹੀ। ਕਹਿਣ ਲੱਗੇ ਦੇਖੀ ਕਿਤੇ ਮਹਾਰਾਜ ਉੱਥੇ ਕਹਿੰਦੇ ਆ ਲਓ ਅੱਜ ਤੇਰੀ ਮਹਾਰਾਜ ਦਾ ਵੀ ਵਚਨ ਹੋਇਆ, ਜਿਸ ਦਿਨ ਤੂੰ ਪਿੰਡ ਜਾਇਆ ਕਰੇਗਾ, ਲਓ ਬਿਰਧ ਵੀ ਹੋ ਗਿਆ। ਉਸੇ ਦਿਨ ਕੋਈ ਕਹਿੰਦੇ ਜੇ ਜਿੱਦਣ ਸੰਗਤ ਵਿੱਚੋਂ ਨਿਕਲ ਗਿਆ ਆਪਦੇ ਪਿੰਡ ਚਲਿਆ ਗਿਆ, ਉਦਣੇ ਪੌਲੀਸ ਪਕੜ ਲਿਆ ਕਰੂਗੀ ਤੈਨੂੰ। ਕੁਦਰਤੀ ਜੇ ਉਹ ਕਿਸੇ ਕੰਮ ਵੀ ਜਾਵੇ ਇੰਦਗੜ, ਉਦਣੇ ਪੁਲਿਸ ਉਹਦੇ ਉਦਾਲੇ ਹੋ ਲਿਆ ਤੇਰੀ। ਜਿੰਨਾ ਚਿਰ ਮਹਾਂਪੁਰਸ਼ਾਂ ਦੀ ਸ਼ਰਨ ਵਿੱਚ ਰਿਹਾ ਬਈ ਆਹ ਤਾਰਨਾ ਮਹਾਂਪੁਰਸ਼ ਪੜਿਆ ਕਰਦੇ ਸੀ। ਜੀਦਾ ਗੋਵੇ ਨਾ ਜਗਤ ਵਿੱਚ ਕੋਈ, ਉਹ ਸੰਤਾਂ ਦੇ ਲੜ ਲੱਗ ਜੇ। ਜੀਦਾ ਗੋਵੇ ਨਾ ਜਗਤ ਵਿੱਚ ਕੋਈ, ਸਾਧੂਆਂ ਦੇ ਲੜ ਲੱਗ ਜੇ। ਜੀਦਾ ਗੋਵੇ ਸਾਧੂਆਂ ਦੇ ਲੜ ਲੱਗ। ਜੀਦਾ ਗੋਵੇ ਨਾ ਜਗਤ ਵਿੱਚ ਕੋਈ, ਜੀਦਾ ਗੋਵੇ ਨਾ ਜਗਤ ਵਿੱਚ ਕੋਈ, ਸਾਧੂਆਂ ਦੇ ਜਿਸਕਾ ਨਾਹੀ ਕੋ ਇਹਾਂ, ਇੱਥੇ ਜਿਸ ਕਾ ਪ੍ਰਭ ਸੋਇਹਾਂ। ਪ੍ਰਭੂ ਰੱਬ ਸਾਧੂ ਮਹਾਂਪੁਰਸ਼ ਹਨ ਉਹਨਾਂ ਦੇ, ਜਿਹਦਾ ਕੋਈ ਨਹੀਂ। ਜੈ ਸਾਧੂ ਕੀ ਕਹਿੰਦੇ ਧਰਮਰਾਜ ਵੀ, ਇਹ ਤਾਂ ਐਸਪੀ ਸਾਹਿਬ ਸੀ, ਉਹਨਾਂ ਦੇ ਅੰਦਰ ਵੀ ਰਹਿਮ ਆ ਜਾਂਦਾ ਹੁੰਦਾ। ਧਰਮਰਾਜ ਜੱਜ ਰੱਬ ਦਾ ਰੂਪ ਹੁੰਦਾ। ਉਹਨੇ ਐ ਕਹਿ ਦਿੱਤਾ ਆਈਜੀ ਹੋ, DIG ਹੋ, SSP ਹੋ, DSP ਹੋ, ਉਹ ਸਭ ਕੁਝ ਜਾਣਦੇ ਦੇਖਦੇ ਹੁੰਦੇ ਨੇ ਮੁਲਜ਼ਮਾਂ ਬਾਰੇ ਵੀ। ਕੋਈ ਸਿੱਧੇ ਰਸਤੇ ਤੇ ਆ ਜਾਵੇ ਉਹਨੂੰ ਬਖਸ਼ ਵੀ ਦਿੰਦੇ ਨੇ ਆਪਣੀ ਦਰਗਾਹ ਚੋਂ। ਮੇਰੇ ਕੋਲ ਬਹੁਤ ਸਾਖੀਆਂ ਨਹੀਂ ਹੋਈਆਂ। ਜੈ ਸਾਧੂ ਧਰਮਰਾਜ ਕੀ ਕਹਿੰਦੇ ਸੁਣ ਲਿਓ ਜਰਾ। ਗੋਬਿੰਦ ਭਜਨ ਔਰ ਫਿਰ ਆ ਕੀਰਤਨ ਹੋ ਰਿਹਾ। ਕੀਰਤਨ ਨਾਨਕ ਨੀਤ, ਜਿੱਥੇ ਨਿਤਨੇਮ ਰੋਜ਼ ਸਾਧੂ ਕੀਰਤਨ ਕਰਦੇ ਨੇ, ਗੋਬਿੰਦ ਭਜਨ ਹੋ ਰਿਹਾ, ਸਾਧੂ ਬੈਠੇ ਹੋਣ। ਕੀ ਆਖਿਆ? ਇੱਕ ਹਦਾਇਤ ਹੈ ਬਸ ਸਿਰਫ, ਹੋਰ ਬਾਕੀ ਤੁਹਾਨੂੰ ਜਿੱਥੇ ਮੈਂ ਭੇਜਦਾ ਨਿਡਰ ਹੋ ਕੇ ਬੇਸ਼ੱਕ ਹੋ ਕੇ ਜਾਇਓ, ਪਕੜ ਲਿਓ, ਬੰਨ ਲਿਓ, ਜੋ ਸਜ਼ਾ ਦੇਣੀ ਹੈ ਦਿਓ। ਪਰ ਇੱਕ ਗੱਲ ਹੈ, ਜਿੱਥੇ ਇਹ ਬੈਠੇ ਨੇ ਅਣਾ ਤੋਂ ਨਹੀਂ ਛੁੱਟੇ। ਇਹਦਾ ਅਰਥ ਸੀ ਵੀ ਨਾ ਮੈਂ, ਮੇਰਾ ਵੀ ਨਹੀਂ ਛੁਟਕਾਰਾ ਹੋਣਾ ਸਰਕਾਰ ਵੱਲੋਂ ਜਾਂ ਰੱਬੀ ਦਰਗਾਹ ਵਿੱਚੋਂ, ਨਹੀਂ ਤੋਂ ਛੁੱਟੇ। ਤੁਹਾਨੂੰ ਵੀ ਕਿਸੇ ਨੇ ਬਖਸ਼ਣਾ ਨਹੀਂ, ਤੁਸੀਂ ਵੀ ਛੁਟਕਾਰਾ ਨਹੀਂ ਪਾ ਸਕੋਗੇ। ਨਿਕਟ ਨਾ ਜਾਈਓ ਦੂਤ, ਇਹ ਦੂਤੋ ਆਪਾਂ ਸਾਰੇ ਬੱਦੀ ਦੇ ਮਰ ਜਾਾਂਗੇ। ਇਹ ਉੱਥੇ ਤਾਰਨਾ ਪੜਿਆ ਕਰਦੇ ਸੀ ਮਹਾਂਪੁਰਸ਼, ਬੱਦੀ ਦੇ ਮਰ ਜਾਓਗੇ ਨੇੜੇ ਨਾ ਜਾਇਓ ਦੂਤੋ। ਉਹ ਬੱਦੀ ਦੇ ਮਰ ਜਾਓਗੇ ਨੇੜੇ ਨਾ ਜਾਇਓ ਦੂਤੋ, ਬੱਦੀ ਦੇ ਹੀ ਮਰ ਜਾਓ ਨੇੜੇ ਨਾ ਜਾਇਓ ਦੂਤੋ, ਨੇੜੇ ਨਾ ਜਾਇਓ ਦੂਤੋ, ਨੇੜੇ ਨਾ ਜਾ
ਦੇ ਨਾਲ ਨਾ ਨਿਕਟ ਨਾ ਜਾਈ ਉਹ ਦੂਤ ਤੋਂ। ਮੈਂ ਹੁਣ ਦੂਤਾਂ ਬਾਰੇ ਜੋ ਚੱਲਦਾ ਸੀ ਵੀ ਸਤਵੰਤੀ ਜਦੋਂ ਅੱਗੇ ਗਈ ਧਰਮਰਾਜ ਦੇ ਵੀ ਜੱਜ ਦੇ ਵੀ ਮਨ ਮਿਹਰ ਪੈ ਜਾਂਦੀ ਹੈ। ਕੋਈ ਸਮਾਂ ਹੁੰਦਾ ਹੈ ਵਕੀਲ ਲੋਕ ਗੁਰੂਆਂ ਦਾ ਰੂਪ ਨੇ, ਪਰਮੇਸ਼ਰ ਹੈ ਜੱਜ ਇੱਕ ਰੱਬ ਜੀ ਦੀ ਕਚਹਿਰੀ ਹਾਈ ਕੋਰਟ ਸੁਪਰੀਮਾ ਤੱਕ ਚਲੇ ਜਾਂਦੇ ਆ। ਸੂਲੀ ਚੜ੍ਹਦੇ ਨੂੰ ਉਹਨਾਂ ਪਾਸ ਇੱਕ ਮੈਥਡ ਇੱਕ ਕੁੰਡੀ ਇੱਕ ਤਰੀਕਾ ਐਸਾ ਉਹਨਾਂ ਪਾਸ ਹੁੰਦਾ ਹੈ ਕਿ ਉਹ ਜਿਨ੍ਹਾਂ ਨੂੰ ਮਾਲਕ ਇਹ ਬਖਸ਼ਿਸ਼ ਦਿੰਦਾ ਹੈ ਇੱਕ ਰਹਿ ਦੇ ਕੇ ਕੋਈ ਬਚਨ ਕਰਕੇ ਉਹਨੂੰ ਸੂਲੀ ਚੜ੍ਹਦੇ ਨੂੰ ਬਚਾ ਲੈਂਦੇ ਨੇ ਉਹਦੀ ਜਾਨ। ਪਰ ਇਹ ਧਰਮਰਾਜ ਦੇਖਿਆ ਡਰ ਗਿਆ, ਐਡੀ ਸ਼ਕਤੀ ਕੌਣ ਹੈ? ਉਹਦਾ ਵੱਲ ਤੱਕਿਆ, ਕਹਿਣ ਲੱਗੀ ਇਹ ਆਪਣੇ ਪਤੀ ਦੇ ਪਿੱਛੇ ਰੋਂਦੀ ਆਈ ਹੈ। ਗੱਲ ਸੁਣ ਬੀਬੀ, ਉਹਨੂੰ ਕਹਿਣ ਲੱਗੇ ਕੀ ਗੱਲ ਤੂੰ ਰੋਂਦੀ ਕਿਉਂ ਹੈ? ਛੱਡ ਦਿੱਤੇ ਦੂਤਾਂ ਨੂੰ ਨਹੀਂ ਪੁੱਛਿਆ, ਅਜ਼ਰਾਈਲ ਫਰਿਸ਼ਤੇ ਨੂੰ ਨਹੀਂ ਪੁੱਛਿਆ, ਉਹ ਦੋਸ਼ੀ ਨੂੰ ਨਹੀਂ ਪੁੱਛਿਆ, ਉਹ ਲੜਕੀ ਨੂੰ ਪੁੱਛਿਆ ਤੂੰ ਭਾਈ ਰੋ ਕਿਉਂ ਰਹੀ ਹੈ? ਕਹਿਣ ਲੱਗੀ ਮਹਾਰਾਜ ਇਹ ਮੇਰਾ ਪਤੀ ਹੈ, ਇਹਨੂੰ ਦੂਤ ਲੈ ਆਏ, ਇਹਦੇ ਪਿੱਛੋਂ ਮੇਰਾ ਸਿਰ ਨੰਗਾ, ਮੈਨੂੰ ਕੌਣ ਸੰਭਾਲੂ? ਮੈਂ ਤਾਂ ਰੋਂਦੀ ਤਾਂ ਮਾਰਦੀ ਆਈ ਹਾਂ। ਕਹਿੰਦੇ ਅੱਛਾ ਐਂ ਕਰੋ, ਸਵਾਸ ਪਾ ਦਿੱਤੇ, ਹੁਣ ਕੀ ਚਾਹੁੰਦੀ ਹੈ? ਇਹਨੂੰ ਬਖਸ਼ ਦਿਓ, ਛੱਡ ਦਿਓ। ਕਈਆਂ ਦੇ ਹੁਣ ਜਾੜੇ ਆਪਣੇ ਬਲੀ ਹੁੰਦੇ ਹੈ ਜਿਨ੍ਹਾਂ ਦੀ ਚੱਲਦੀ ਹੈ ਰੱਬ ਜੱਜ ਤੱਕ ਕਚਹਿਰੀਆਂ ਤੱਕ, ਉਹਨੂੰ ਕਹਿੰਦੇ ਇਹਨੂੰ ਖੋਲ ਦਿਓ, ਛੱਡ ਦਿਓ ਇਹਨੂੰ, ਮੈਂ ਲੈ ਜਾ ਕੇ ਇਹਦੀ ਖਲਾਸੀ ਕਰਾਂ, ਇਹਨੂੰ ਘਰ ਪਹੁੰਚਾ ਦਿਆਂ ਜਿੱਥੋਂ ਤੁਸੀਂ ਪਕੜ ਕੇ ਲੈ ਆਏ ਹੋ। ਉਹ ਸਤਵੰਤੀ ਆਪਣੇ ਪਤੀ ਨੂੰ ਛੁਡਾ ਕਰਕੇ ਲੈ ਆਈ। ਯਮਰਾਜ ਜਿਤੇ ਜਿਹਨੇ ਜਗ ਮਾਹੀ, ਇਹ ਤੀਜੀ ਪੰਕਤੀ ਮੈਂ ਬੋਲ ਰਿਹਾ। ਸੁਰ ਰਾਜ ਡਰੈ ਜਿਨ ਕੇ ਬਲ ਤੇ, ਇਹਦੇ ਅਰਥ ਹੋ ਚੁੱਕੇ ਨੇ। ਯਮਰਾਜ ਜਿਤੇ ਜਿਹਨੇ ਜਗ ਮਾਹੀ, ਜਿਹਨੇ ਆਪਣੇ ਸਤ ਨਾਲ ਯਮਰਾਜੇ ਨੂੰ ਵੀ ਜਿੱਤ ਲਿਆ, ਆਪਣੇ ਪਤੀ ਨੂੰ ਵੀ ਵਾਪਸ ਲੈ ਆਈ। ਮਨ ਤੇ ਜਗ ਭੀਤਰ ਨਾਹੇ ਰਹੇ, ਹੇ ਮਨਾ ਉਹ ਵੀ ਜਗ ਤੋਂ ਤੁਰ ਗਏ, ਆਖਰ ਉਹਨਾਂ ਨੂੰ ਤੁਰਨਾ ਪਿਆ। ਅਬ ਕੌਣ ਰਹਿ ਕਹੋ ਕੋ ਜਗ ਮਾਹੀ, ਬੋਲੋ ਐ ਰਾਵਣ ਮੈਨੂੰ ਕੋਈ ਨੀਤੀ ਨੈ ਬਲਮ ਧਰਮਮ ਬਲਮ ਪਾਪਮ ਦੇਖ, ਮੈਂ ਕਾਲ ਬੰਨ ਲਿਆ ਸੀ, ਟਾਲ ਕਰਦਾ ਰਿਹਾ, ਸੁਰਗ ਨੂੰ ਪੌੜੀਆਂ ਲਾ ਦੂੰ, ਪਰ ਤੂੰ ਦੇਖੀ ਦੇਰ ਨਾ ਕਰਦੀ, ਧਰਮ ਦਾ ਕਰਮ ਕਰਦਾ ਚੱਲੀ ਰਾਮ। ਮੈਂ ਤਾਂ ਖਾਲੀ ਹੱਥੀ ਜਾ ਰਿਹਾ, ਐ ਲੰਕਾ ਗੜ ਸੋਨੇ ਦਾ ਵੀ ਗਵਾ ਲਿਆ, ਮੇਰੇ ਲੱਖਾਂ ਪੁੱਤਰ ਹਜ਼ਾਰਾਂ ਰਾਣੀਆਂ ਸਵਾ ਲੱਖ ਪੋਤਰਾ ਸਭ ਖਤਮ ਕਰਵਾ ਕੇ ਮੈਂ ਤਾਂ ਖਾਲੀ ਹੱਥੀ ਕਲੰਕ ਖੱਟ ਕੇ ਜਾ ਰਿਹਾ। ਤੂੰ ਦੇਖੀ ਆਪਣੇ ਜੀਵਨ ਦੀ ਸੰਭਾਲਣਾ ਕਰਨੀ ਹੈ, ਆਪਣੇ ਸਮੇਂ ਦੀ ਨੀਤੀ ਦੇ ਦੋ ਸ਼ਬਦਾਂ 'ਚ ਨੈ ਬਲਮ ਧਰਮੰ ਬਲਮ ਪਾਪੰ। ਆਓ ਜਰਾ ਇਹ ਜੇ ਰਾਜੇ ਮਹਾਰਾਜੇ ਇਹ ਦੁਨੀਆ ਤੋਂ ਤੁਰ ਗਏ, ਫਰੀਦਾ ਚੱਬਣ ਚੱਲਣ ਰਤਨ ਅਰ ਸੁਨੀਅਰ ਬਹਿ ਗਏ, ਹੇੜੇ ਮੁੱਤੀ ਤਾਸ ਸੇ ਜਾਨੀ ਚੱਲ ਗਏ। ਕੋਈ ਸੱਜਣ ਤੁਰਦਾ ਉਦੋਂ ਦੇਹੀ ਤਾਹਾਂ ਮਾਰਦੀ ਹੈ। ਇਹ ਬੈਰਾਗ ਤੇ ਕੁਛ ਮੈਂ ਕਾਫੀ ਬੋਲ ਗਿਆ, ਸਮਾਂ ਆਗਿਆ ਨਹੀਂ ਦੇ ਰਿਹਾ। ਗੁਰਸਤੋਤਰ ਵਿੱਚ ਸਾਥ ਦਿਓ। ਕੱਲ ਦੇ ਸਮੇਂ ਦਾ ਪ੍ਰੋਗਰਾਮ ਆਪ ਨੂੰ ਬਾਅਦ ਵਿੱਚ ਗਿਆਨੀ ਬਾਬੂ ਸਿੰਘ ਜੀ ਜਰਨਲ ਸਕੱਤਰ ਜੋ ਹੈ ਸਾਡੇ, ਔਰ ਸੰਤ ਬਾਬਾ ਅਤਰ ਸਿੰਘ ਖਾਲਸਾ ਕੋ ਐਜੂਕੇਸ਼ਨ ਬੋਰਡ ਦੇ ਖਾਸ ਕਰ ਸੰਤ ਖਾਲਸਾ ਦਲ ਦੇ ਸਟੇਜਾਂ 'ਤੇ, ਉਹ ਆਪ ਨੂੰ ਸੰਤ ਬਲਵੀਰ ਦਾਸ ਜੀ ਜੋ ਆਪ ਦੀ 24ਵੀਂ ਬਰਤੀ ਗੁਰੂ ਪਿਤਾ ਪ੍ਰਥਾਏ, ਸ਼੍ਰੀ ਮਹੰਤ ਸਾਡੇ ਮਲਦਾਸ ਜੀ ਜੋ ਵਿਦਿਅਕ ਕੇਂਦਰ ਨਾਲ, ਔਰ ਖਾਸ ਕਰ ਮੁੱਖ ਮੰਤਰੀ ਸਾਹਿਬ ਜੀ ਤੇ ਸਾਡੇ ਜਥੇਦਾਰ ਸਰਦਾਰ ਹਰਨੇਕ ਸਿੰਘ ਜੀ ਆਂਦੇ ਸਾਥੀ ਸਨ, ਔਰ ਪਿਆਰ ਸੀ ਸਾਡਾ ਕੁਝ ਬਣਿਆ। ਇੱਕ ਦਫਾ ਹੀ ਇੱਥੇ ਉਹਨਾਂ ਦੇ ਹੁੰਦਿਆਂ ਡੇਰੇ ਵਿੱਚ ਇੱਥੇ ਆਏ, ਬੈਠਕ ਵਿੱਚ ਆਏ, ਔਰ ਉਸ ਵੇਲੇ ਗਿਆਨੀ ਬਲਵੰਤ ਸਿੰਘ ਤੇ ਭਾਈ ਸਿਕੰਦਰ ਸਿੰਘ ਵੀ ਨਾਲ ਸੀ, ਔਰ ਸੈਕਟਰੀ ਸਾਡੇ ਭਾਗ ਸਿੰਘ ਵੀ। ਬਾਈ ਇੱਕੋ ਹੀ ਸਮਾਂ ਮਿਲਿਆ। ਉਦੋਂ ਬਾਅਦ ਉਹਨਾਂ ਨੇ ਕਿਹਾ ਸੀ ਮੈਂ ਮੈਂਬਰ ਵੀ ਬਣਨਾ ਤੇ ਅਖੰਡ ਪਾਠ ਦੀ ਤਾਰੀਖ ਔਰ ਮੈਂ 2 ਦੀਵਾਨ ਕਰਾਉਣੇ ਨੇ, ਬਈ ਸੰਤਾਂ ਤੋਂ ਆਪਾਂ ਟਾਈਮ ਲਿਓ। ਸਾਰੀ ਸਭਾ ਜਿਹੜੀ ਨਾਲ ਸੀ 5-7 ਗੱਡੀਆਂ ਸਨ ਉਹਦੀਆਂ, ਉਸ ਵੇਲੇ ਸਾਰੇ ਸੱਜਣਾਂ ਨੇ ਆਖਿਆ ਸੰਤ ਆਪਣੇ, ਔਰ ਅੱਜ ਵੀ ਇੱਥੇ ਜੈ ਹਿੰਦ ਜੀ ਵੀ ਆਏ ਹੋਏ ਨੇ, ਇੱਧਰ ਘੋਲ ਦਿਓ ਵੀ ਵਿੱਚੇ ਸੀ, ਮੇਰੇ ਨੂੰ ਯਾਦ ਹੈ ਜਿਨ੍ਹਾਂ ਨੇ ਹਾਰ ਪਾਇਆ ਸੀ ਕਾਕਾ ਜੀ ਗੋਇਆ, ਹੁਣ ਮੈਂ ਇੱਧਰ ਨਾਮ ਵਧਾਉਂਦਾ ਹੋਇਆ ਬਈ ਉਹ ਸਾਰੇ ਸੱਜਣ ਉਸ ਵੇਲੇ ਇੱਥੇ ਇਕੱਠੇ ਹੋਏ। ਉਹਨਾਂ ਦੀਆਂ ਮਨ ਦੀਆਂ ਗੱਲਾਂ ਮਨ ਵਿੱਚ ਰਹਿ ਗਈਆਂ। ਐ ਦਿਲ ਵਿੱਚ ਸੀ ਵੀ ਮੈਂ ਅੱਜ ਸਿੱਧ ਸਰ ਮੱਸਿਆ ਹੈ, ਅਮਾਵਸ ਤੇ ਪਹੁੰਚਾਂਗਾ, ਪਰ ਉੱਥੇ ਸੁਨੇਹਾ ਆ ਹੀ ਗਿਆ ਸੀ ਭਈ ਇਹ ਦੁਨੀਆ ਤੇ ਸਦਾ ਕੀ ਨਹੀਂ ਰਹਿਣਾ ਹੈ। ਉਸ ਯਾਦ ਨੂੰ ਤਾਜ਼ਾ ਕਰਨ ਵਾਸਤੇ 24ਵੀਂ ਬਰਸ਼ ਸੀ ਦੇ ਪ੍ਰਥਾਏ ਆਪਾਂ ਸੰਤ ਖਾਲਸਾ ਦਲ ਨਗਰ ਨਿਵਾਸੀ ਔਰ ਉਦਾਸੀਨ ਪੰਚ ਪ੍ਰਵਾਨ ਸਾਧੂ ਸੰਤ ਸਮਾਜ ਵੀ, ਹਰ ਸਿੱਖ ਧਰਮ ਦੇ ਸੱਜਣ, ਹਰ ਧਰਮਾਂ ਦੇ, ਸਿੱਖ ਧਰਮ ਦੇ ਔਰ ਗੁਰੂ ਨਾਨਕ ਨਾਮ ਬਾਣੀ ਨਾਲ ਮਿਲਣ ਵਾਲੇ ਔਰ ਇਹਨਾਂ ਦੇ ਹਮਦਰਦੀ ਹਿਤੈਸ਼ੀ ਜੋ ਵੀ ਪਿਆਰੇ ਨੇ, ਇਲਾਕਾ ਵਾਸੀ ਬਹੁਤ ਸਾਥ ਦਿੱਤਾ ਹੈ। ਅੱਜ ਦੂਸਰੇ ਦਿਨ ਦਾ ਬੈਕੁੰਠ ਸਤਸੰਗ ਦਾ ਆਨੰਦ ਮਾਣਿਆ 24ਵੀਂ ਵਰਸੀ ਦੇ ਪ੍ਰਥਾਏ। ਕੱਲ ਨੂੰ ਜੋ ਪ੍ਰੋਗਰਾਮ ਸ੍ਰੀ ਅਖੰਡ ਪਾਠ ਦੇ ਭੋਗ ਦਾ ਹੈ ਔਰ ਕਿਸ ਟਾਈਮ ਹੈ
ਉਹ ਸਾਰਾ ਆਪ ਨੂੰ ਗਿਆਨੀ ਜੀ ਹਾਊਸ ਵੱਲੋਂ ਸਥਾਨ ਵੱਲੋਂ ਸ਼੍ਰੀ ਮਹੰਤ ਬਲਵੀਰ ਦਾਸ ਜੀ ਵੱਲੋਂ ਸਰਵਣ ਕਰਾਉਣਗੇ। ਹੁਣ ਗੁਰਸਤੋਤਰ ਵਿੱਚ ਸਾਥ ਦਿਓ। ਦੇਹੀ ਨੇ ਤਾਂ ਮਾਰੀਆਂ ਜੋ ਉਧਰ ਚੱਲੀਏ, ਕਿਹੜਾ ਮੁੱਕਣ ਵਾਲੇ ਸਮੇਂ ਨੇ ਹੀ ਭਾਈ। ਸਦਾ ਆਨੰਦ ਮਾਣੋ, ਨਾਮ ਜਪੋ, ਅੱਛੀ ਨੇਕ ਕਮਾਈ ਕਰੋ, ਚੰਗਿਆਈਆਂ ਬੁਰਾਈਆਂ ਵਾਚੈ ਧਰਮ ਦੂਰ, ਕਰਮੀ ਆਪੋ ਆਪਣੀ ਖੇਡ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਚੁੱਪੀ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਡੇ ਚੈਨਲ ਤੇ ਸੰਤ ਮਹਾਰਾਜ ਸੇਸਰ ਸਿਉੜਾ ਸਾਹਿਬ ਜੀ ਦੇ ਦੀਵਾਨ ਦੇਖਣ ਤੇ ਸੁਣਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਸਾਡੇ ਸਿੱਧੂ ਚੈਨਲ 27 ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ।